ਦੋਸਤੋ ਅੱਜ ਅਸੀਂ ਜੋ ਕੁਝ ਪਿਛਲੇ ਕੁਝ ਦਿਨਾਂ ਤੋਂ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਜੋ ਦੁਰਵਿਵਹਾਰ ਤੇ ਪਰਚੇ ਤੇ ਫੜੋ ਫੜਾਈ ਮੁਕੱਦਮੇ ਜੋ ਕੁਝ ਹੋ ਰਿਹਾ ਵਾ, ਜੋ ਨਵਰੀਤ ਦਾ ਕਤਲੇਆਮ ਹੋਇਆ ਦਿੱਲੀ ਪੁਲਿਸ ਵੱਲੋਂ 26 ਤਾਰੀਖ ਦੀ ਟਰੈਕਟਰ ਪਰੇਡ ਦੇ ਦੌਰਾਨ, ਉਸ ਇਸ਼ੂ ਨੂੰ ਲੈ ਕੇ ਅੱਜ ਸਾਡੇ ਨਾਲ ਬਹੁਤ ਸਤਿਕਾਰਯੋਗ ਸਰਦਾਰ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਉਹ जुड़े हुए ने स्काइप इंटरव्यू ते। सरदार RS बैंस ਜਿਹੜੇ ਕਿ ਬਹੁਤ ਵੱਡੇ ਪ੍ਰਸਿੱਧ ਹਿਊਮਨ ਰਾਈਟਸ ਐਕਟਿਵਿਸਟ ਨੇ, ਲਾਇਰ ਨੇ। ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਜਸਟਿਸ ਅਜੀਤ ਸਿੰਘ ਜੀ ਬੈਂਸ, ਉਹਨਾਂ ਨੇ ਬਹੁਤ ਸੇਵਾ ਕੀਤੀ ਪੰਜਾਬ ਦੀ, ਬਹੁਤ ਵੱਡੇ ਮੁਕੱਦਮੇ, ਬਹੁਤ ਕੁਝ ਉਹਨਾਂ ਨੇ ਹਿਊਮਨ ਰਾਈਟਸ ਵਿੱਚ ਉਹਨਾਂ ਨੇ ਵੀ ਕੰਮ ਕੀਤਾ। ਔਰ ਨਾਲ ਸਾਡੇ ਜੁੜੇ ਨੇ ਮਨਵਿੰਦਰ ਸਿੰਘ ਜੀ ਗਿਆਸਪੁਰਾ, ਜਿਨ੍ਹਾਂ ਨੇ ਕਿ ਹੋਂਦ ਚਿੱਲੜ ਦਾ ਜੋ ਸਿੱਖ ਕਤਲੇਆਮ ਹੋਇਆ 1984 ਦੇ ਵਿੱਚ, ਉਹਦਾ ਬਹੁਤ ਕੰਸਿਸਟੈਂਟਲੀ ਲੜਾਈ ਲੜੀ ਆ। ਅਸੀਂ ਚਾਰ ਜਾਣੇ ਅੱਜ ਸਕਾਈਪ ਤੋਂ ਜੁੜ ਕੇ ਅਸੀਂ ਇਹ ਚਾਹੁੰਦੇ ਸਿਰਫ ਕਿ ਜੋ ਕੁਝ ਪਿਛਲੇ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਜੋ ਕੁਝ ਵਾਪਰਿਆ, ਉਹਦੇ ਤੋਂ ਬਾਅਦ ਜਿਸ ਢੰਗ ਦੇ ਨਾਲ ਇਲੈਕਟ੍ਰੋਨਿਕ ਮੀਡੀਆ ਨੇ, ਜਿਹਨੂੰ ਆਪਾਂ ਅਕਸਰ ਹੁਣ ਗੋਦੀ ਮੀਡੀਆ ਕਹਿ ਦਿੰਦੇ ਨੇ, ਉਹਨਾਂ ਨੇ ਕੀ ਨੈਰੇਟਿਵ ਸੈੱਟ ਕੀਤਾ, ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰਕੇ, ਖਾਸ ਤੌਰ ਤੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਕੇ ਇਹਨੂੰ ਇੱਕ ਖਾਲਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਐਂਟੀ ਨੈਸ਼ਨਲ ਐਲੀਮੈਂਟਸ ਕਿਹਾ ਗਿਆ, ਔਰ ਕਿਸਾਨ ਅੰਦੋਲਨ ਨੂੰ ਟੋਰਪੀਡੋ ਕਰਨ ਦੇ ਜਿਹੜੀਆਂ ਮਨਸੂਬੇ ਸੀਗੇ, ਉਸ ਵਿਸ਼ੇ ਦੇ ਉੱਤੇ ਆਪਾਂ ਚਰਚਾ ਕਰਨ ਲਈ ਇਕੱਤਰ ਹੋਏ ਆ। ਮੈਂ ਸਭ ਤੋਂ ਪਹਿਲਾਂ ਅਗਰ ਆਗਿਆ ਹੋਵੇ ਤਾਂ ਰਵੀ ਸਿੰਘ ਜੀ ਪਲੀਜ਼ ਕਮ ਅਹੈਡ ਐਂਡ ਥੋੜੀ ਜਿਹੀ ਗੱਲ ਆਪਾਂ ਸ਼ੁਰੂਆਤ ਕਰੀਏ ਜੀ ਇਸ ਗੱਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਇਹ ਡਿਬੇਟ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਵੀ ਅਸੀਂ ਕੋਈ ਇਦਾਂ ਦੇ ਕੋਈ ਪ੍ਰੋਟੈਸਟ ਕਰਦੇ ਆ ਜਾਂ ਮੁਜ਼ਾਹਰੇ ਕਰਦੇ ਆ, ਇਹਦੇ ਵਿੱਚ ਜਿੱਦਾਂ ਤੁਸੀਂ ਇੱਕ ਵੈਸਟਰਨ ਇੱਕ ਫਰੇਜ਼ ਹੈਗਾ ਆ ਭਈ ਨੋਬਡੀ ਗੈਟਸ ਲੈਫਟ ਬਿਹਾਈਂਡ, ਇਹਦਾ ਮਤਲਬ ਕੋਈ ਪਿੱਛੇ ਨਹੀਂ ਰਹਿ ਸਕਦਾ, ਨਾ ਹੀ ਛੱਡਦੇ ਪਿੱਛੇ ਕਿਸੇ ਨੂੰ। ਤਾਂ ਜੇ ਸਾਡੇ ਨੌਜਵਾਨ ਇਸ ਵੇਲੇ ਕੁੜੀਆਂ ਮੁੰਡੇ ਜੇਲ੍ਹ 'ਚ ਫੜੇ ਗਏ ਆ ਕਿਉਂਕਿ ਉਹ ਉੱਥੇ ਕਿਸਾਨਾਂ ਦੇ ਜਿੱਦਾਂ ਅੰਦੋਲਨ ਤੇ ਗਏ ਆ ਤੇ ਪ੍ਰੋਟੈਸਟ ਤੇ ਗਏ ਆ, ਤੇ ਉਹਨਾਂ ਦਾ ਇਕੁਅਲੀ ਰੈਪਰੈਜ਼ੈਂਟੇਸ਼ਨ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਭਈ ਇੱਕ ਨੂੰ ਪਿੱਛੇ ਕਰ ਜਾ, ਦੂਜੇ ਨੂੰ ਪਿੱਛੇ ਕਰਦਾ, ਦੂਜੇ ਨੂੰ ਫੇਵਰ ਕਰਨਾ। ਇਹ ਹੁਣ ਸਾਰਿਆਂ ਦਾ ਬਰਾਬਰ ਤੇ ਇਕੁਐਲਿਟੀ ਤੇ ਸਾਰਾ ਸੇਮ ਲੈਵਲ ਤੇ ਰੈਪਰੈਜ਼ੈਂਟੇਸ਼ਨ ਕਰਨਾ ਚਾਹੀਦਾ। ਤੇ ਇਹ ਜਿਹੜੀ ਰੈਪਰੈਜ਼ੈਂਟੇਸ਼ਨ ਹੈ ਮੈਟਰ ਆਫ ਅਰਜੈਂਸੀ ਹੋਣੀ ਚਾਹੀਦੀ ਆ। ਤੇ ਖੁਸ਼ੀ ਦੀ ਗੱਲ ਆ ਕਿਉਂਕਿ ਕਾਫੀ ਨੌਜਵਾਨ ਵਕੀਲ ਵੀ ਇੱਧਰ ਲੱਗੇ ਹੋ ਆ, ਬੈਰਸ ਵੀ ਲੱਗੇ ਹੋ ਆ, ਭਾਈ ਸਾਹਿਬ ਬੇਂਸ ਹੋਣੀ ਜਿੱਦਾਂ ਹੁਣ ਆਏ ਆ, ਤੇ ਕਾਫੀ ਜ਼ੋਰ ਪੈ ਰਿਹਾ। ਪਰ ਜਿਹੜੇ ਅਸੀਂ ਬਾਹਰ ਦੇਖਦੇ ਬੈਠੇ, ਮੈਨੂੰ ਹਾਲ ਤੱਕ ਸਮਝ ਆਉਂਦੀ ਪਈ ਜਿਹੜੇ ਪਈ ਸਾਡੇ ਜਿਹੜੇ ਆ ਮੋਸਟਲੀ ਇਹਨਾਂ ਨੇ ਕੋਈ ਮਰਡਰ ਕੀਤਾ ਜਾਂ ਕਿਸੇ ਦਾ ਖੂਨ ਕੀਤਾ, ਸੋ ਇਦਾਂ ਟ੍ਰੀਟ ਕੀਤਾ ਗਿਆ ਉਹ ਟੈਰਰਿਸਟ ਹੁੰਦੇ ਆ। ਤੇ ਸਾਡੀ ਕਿਸਮਤ ਮਾੜੀ ਆ, ਅਸੀਂ ਇੱਕਦਮ ਆਪਣੀ ਪਿੱਠ ਦਿਖਾ ਦਿੰਦੇ ਹਾਂ, ਨਹੀਂ ਇਹ ਸਾਡੇ ਨਾਲ ਹੀ ਸੀਗੇ, ਇਹ ਸਾਡਾ ਕੁਛ ਨਹੀਂ ਸੰਬੰਧ ਇਹਨਾਂ ਦਾ, ਇਹ ਆਪਾਂ ਹੀ ਗਏ ਸੀਗੇ, ਅਸੀਂ ਦੂਜੇ ਪਾਸੇ ਚੱਲੇ ਆ, ਸਾਡੇ ਗਲਤ ਆ। ਜਿਹੜੇ ਉੱਥੇ ਗਏ ਆ ਅੰਦੋਲਨ ਤੇ, ਉਹ ਗਏ ਆ ਆਪਣੀ ਸ਼ਰਧਾ ਲਈ ਗਏ ਆ, ਕਿਸਾਨੀ ਪਿਆਰ ਲਈ ਗਏ ਆ, ਪੰਜਾਬੀਅਤ ਲਈ ਗਏ ਆ, ਇਨਸਾਨੀਅਤ ਲਈ ਗਏ ਆ। ਪਰ ਹੁਣ ਉੱਥੇ ਜਾ ਕੇ ਜਿਹੜਾ ਰੈਪਰੈਜ਼ੈਂਟੇਸ਼ਨ ਕਰਨੀ ਆ, ਸਾਨੂੰ ਸਾਰਿਆਂ ਨੂੰ ਬਰਾਬਰ ਤੇ ਇੱਕ ਆਵਾਜ਼ ਉਠਾਉਣੀ ਪੈਣੀ ਆ ਵੀ ਸਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ। ਸਾਰਿਆਂ ਦੇ ਜਿਹੜੇ ਪਰਚੇ ਲਾਏ ਉਹਨਾਂ ਨੇ ਬਿਲਕੁਲ 0 ਕਰਨੇ ਚਾਹੀਦੇ ਆ, ਕਿਉਂਕਿ ਇਹ ਪ੍ਰੋਟੈਸਟ ਤੇ ਗਏ ਸੀਗੇ। ਪਰ ਇੱਕ ਮਿਸ਼ਨ ਬਣ ਗਿਆ, ਹੁਣ ਇੱਕ ਇਸ਼ੂ ਬਣ ਗਿਆ ਵੀ ਇਹ ਇੱਧਰ ਧਿਆਨ ਦੇਈ ਜਾਓ, ਅੰਦੋਲਨ ਤੇ ਘੱਟ ਦੇਵੋ। ਇਹ ਗੌਰਮੈਂਟ ਦੀ ਸਾਰੀ ਸਕੀਮ ਆ, ਸਾਨੂੰ ਸੋਚਣਾ ਪੈਣਾ ਵੀ ਅਸੀਂ ਸਾਰੇ ਪਾਸੇ ਕਿੱਦਾਂ ਧਿਆਨ ਦੇਣਾ। ਪਰ ਲੀਡਰਸ਼ਿਪ ਦਾ ਗੱਲ ਕੀਤੀ, ਪੰਜਾਬ ਦੀ ਲੀਡਰਸ਼ਿਪ ਆ ਜਾਂ ਇੰਡੀਅਨ ਪੋਲੀਟੀਕਲ ਲੀਡਰਸ਼ਿਪ ਆ, ਇੱਕ ਮੋਰਲ ਡਿਊਟੀ ਆ ਇਹਨਾਂ ਦੀ ਅੰਡਰ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ। ਇਹਨਾਂ ਦੇ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਨੂੰ ਫ੍ਰੀ ਕਰਨਾ, ਇਹਨਾਂ ਦੇ ਉੱਪਰ ਜਿਹੜੇ ਪਰਚੇ ਲਾਏ ਆ ਉਹ ਜਿੱਦਾਂ ਬਿਲਕੁਲ ਰੱਦ ਕਰਨੇ। ਸੋ ਇਹਦੇ ਵਿੱਚ ਅਸੀਂ ਸਾਰੀ ਅਪੀਲ ਕਰਦੇ ਹਾਂ, ਕੋਈ ਧੜੇਬੰਦੀ ਨਾ ਰੱਖੋ, ਕੋਈ ਪੋਲੀਟੀਕਲ ਪਾਰਟੀ ਵਾਈਜ਼ ਨਾ ਰੱਖੋ, ਇਹਦੇ ਵਿੱਚ ਇੱਕ ਇਨਸਾਫ ਤੇ ਇਨਸਾਨੀਅਤ ਦਾ ਏਮ ਰੱਖੋ। ਮੈਂ ਰਵੀ ਸਿੰਘ ਜੀ ਤੁਹਾਡੀ ਸਾਰੀਆਂ ਗੱਲਾਂ ਦੀ ਤਾਇਦ ਕਰਦਾ ਵਾਂ, ਔਰ ਮੈਂ ਸਮਝਦਾ ਕਿ ਇਹ ਸਾਰੇ ਆਪਣੇ ਹੀ ਬੱਚੇ ਨੇ, ਚਾਹੇ ਉਹ ਨੋਦੀਪ ਕੌਰ ਆ, ਚਾਹੇ ਉਹ ਦੀਪ ਸਿੱਧੂ ਆ, ਚਾਹੇ ਉਹ ਲੱਖਾ ਸਿਧਾਣਾ, ਚਾਹੇ ਜਿਹੜੇ ਲੋਕਾਂ ਦੇ ਉੱਤੇ FIRs ਦਰਜ ਹੋਏ, ਚਾਹੇ ਬਹੁਤ ਵੱਡੀ ਤਾਦਾਦ ਵਿੱਚ ਨੋਟਿਸਿਸ ਪੰਜਾਬ ਦੇ ਵਿੱਚ ਆ ਰਹੇ ਨੇ। ਔਰ ਆਪਾਂ ਸਭ ਨੂੰ ਰਲ ਮਿਲ ਕੇ ਇਹਨਾਂ ਨੂੰ ਡਿਫੈਂਡ ਕਰਨਾ ਚਾਹੀਦਾ ਵਾ, ਔਰ ਇਹਨਾਂ ਦੀ ਜਿੰਨੀ ਹੋ ਸਕੇ ਇਮਦਾਦ ਕਰਨੀ ਚਾਹੀਦੀ ਹੈ। ਔਰ ਸਭ ਨੂੰ ਇਕਮੁੱਠ ਹੋ ਕੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ, ਬਜਾਏ ਕਿ ਮੋਦੀ ਦਾ ਜਿਹੜਾ ਗੋਦੀ ਮੀਡੀਆ ਦਾ ਨੈਰੇਟਿਵ ਸੈੱਟ ਕੀਤਾ, ਉਹਦੇ ਟਰੈਪ ਵਿੱਚ ਆਣ ਕੇ ਆਪਣੇ ਲੋਕਾਂ ਨੂੰ ਕੰਡੈਮ ਕਰਨਾ,
ਉਹ ਲੋੜ ਅੱਜ ਇਹਨਾਂ ਦੀ ਡਿਫੈਂਸ ਦੀ। ਤਾਂ ਮੈਂ ਬੇਨਤੀ ਕਰੂੰਗਾ ਸਰਦਾਰ ਰਾਜਵਿੰਦਰ ਸਿੰਘ ਜੀ ਬੈਂਸ ਕਿ ਉਹ ਵੀ ਥੋੜਾ ਜਿਹਾ ਜੋ ਇਹਨਾਂ ਦੇ ਕੋਲ ਇਨਫੋਰਮੇਸ਼ਨ ਹੈ ਉਹ ਜ਼ਰੂਰ ਜਨਤਕ ਕਰਨ ਕਿ ਕਿੰਨੇ ਕੁ ਪਰਚੇ ਹੋ ਚੁੱਕੇ ਨੇ, ਕਿੰਨੇ ਕੁ ਲੋਕ ਨੇ, ਕਿੰਨੇ ਕੁ ਮਿਸਿੰਗ ਨੇ ਦਿੱਲੀ ਦੇ 26 ਤਰੀਕ ਦੇ ਵਾਕਿਆਤ ਤੋਂ ਬਾਅਦ ਜੀ। ਐਕਚੁਅਲੀ ਇੱਕ ਤਾਂ ਦੇਖੋ ਬੜੀਆਂ ਟਰੈਕਟਰਸ ਐਂਡ ਕਾਰਸ ਡੈਮੇਜ ਹੋਈਆਂ, ਉਹਨਾਂ ਸਭ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਕਿਉਂਕਿ ਇਹ ਪ੍ਰੋਮਿਸ ਲੈ ਕੇ ਗਏ ਸੀ, ਜਿਹੜਾ ਬੱਚਾ ਲੈ ਕੇ ਗਿਆ ਸੀ ਆਪਣਾ ਟਰੈਕਟਰ, ਕਿ ਬਾਈ ਚਾਂਸ ਪ੍ਰੋਟੈਸਟ ਜੋ ਡੈਮੇਜ ਹੋ ਜਾਂਦਾ ਤਾਂ ਕਮਿਊਨਿਟੀ ਨੂੰ ਕਿਸੇ ਤਰੀਕੇ ਨਾਲ ਉਹ ਹਰਜਾਨਾ ਭਰਨਾ ਚਾਹੀਦਾ ਹੈ। ਸੋ ਆਪਾਂ ਨੂੰ ਇਨਵਾਈਟ ਕਰਨਾ ਚਾਹੀਦਾ ਹੈ ਕਿ ਕੋਈ ਸੈਂਟਰਲ ਫੰਡ ਕ੍ਰੀਏਟ ਕਰਕੇ ਕਿ ਜਿੰਨਾ ਵੀ ਪ੍ਰੋਪਰਟੀ ਡੈਮੇਜ ਹੋਈ ਹੈ, ਬੇਸਿਕਲੀ ਟਰੈਕਟਰਸ ਹੀ ਡੈਮੇਜ ਹੋਏ ਨੇ, ਨਾਲ ਉਹਨਾਂ ਦਾ ਇਕਵਿਪਮੈਂਟ ਡੈਮੇਜ ਹੋਇਆ, ਕਾਰਾਂ ਜਾਂ ਮੋਟਰਸਾਈਕਲ ਵੀ ਡੈਮੇਜ ਹੋਏ ਹੋਣਗੇ, ਉਹ ਵੀ ਆਪਾਂ ਨੂੰ ਇਨਵਾਈਟ ਕਰਨਾ ਚਾਹੀਦਾ ਕਿ ਇੱਕ ਡਾਟਾ ਬਣ ਜਾਏ ਕਿ ਜਿਹੜੇ ਪਰਿਵਾਰ ਨੇ ਲੂਜ਼ ਕੀਤਾ, ਕਿਉਂਕਿ ਦੇਖੋ ਬਾਹਲੇ ਛੋਟੇ ਕਿਸਾਨ ਹੈ, ਟਰੈਕਟਰ ਦਾ ਲਾਸ ਬੜਾ ਵੱਡਾ ਲਾਸ ਹੁੰਦਾ ਹੈਗਾ। ਸੋ ਹਰ ਹਾਲਤ ਵਿੱਚ ਆਪਾਂ ਨੂੰ ਲਾਸ ਪੂਰਾ ਕਰਨਾ ਚਾਹੀਦਾ ਹੈ। ਦੂਸਰਾ ਜਿਹੜਾ ਲਾਸ ਹੈਗਾ ਮਿਸਿੰਗ ਪਰਸਨਸ ਦਾ, ਹਾਲੇ ਤੱਕ ਇੱਕ ਵਾਰੀ ਆਪਾਂ ਨੂੰ ਫਿਰ ਅਪੀਲ ਕਰਨੀ ਚਾਹੀਦੀ ਹੈ ਕਿ ਇੱਕ ਸੈਂਟਰਲਾਈਜ਼ ਜਗ੍ਹਾ ਤੇ ਜਿੰਨੇ ਵੀ ਬੱਚੇ, ਕਿਉਂਕਿ ਹੁਣ ਕਾਫੀ ਘੱਟ ਟੈਲੀਫੋਨ ਆਉਂਦੇ ਆ, ਮਤਲਬ ਮੋਸਟਲੀ ਬੰਦਿਆਂ ਨੂੰ ਪਤਾ ਚੱਲ ਚੁੱਕਾ ਉਹਨਾਂ ਦੇ ਬੱਚਿਆਂ ਬਾਰੇ। ਪਹਿਲਾਂ ਸਰਟਨਲੀ ਇੱਕ ਦੋ ਦਿਨ ਵਿੱਚ ਬਹੁਤ ਫੋਨ ਆਏ ਸੀ, ਮਗਰ ਉਸ ਤੋਂ ਬਾਅਦ ਕਾਫੀ ਘੱਟ ਹੋ ਗਏ। ਮੈਨੂੰ ਲੱਗਦਾ ਕਿ ਜ਼ਿਆਦਾ ਮਿਸਿੰਗ ਪਰਸਨ ਨਹੀਂ ਹੋਣਗੇ, ਮੇਬੀ 10 ਹੋਣਗੇ, 15 ਹੋਣਗੇ, ਉਸ ਤੋਂ ਜ਼ਿਆਦਾ ਨਹੀਂ ਹੈਗੇ। ਮੋਸਟਲੀ ਪਰਿਵਾਰਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਉਹ ਇਨਕੁਆਇਰੀਆਂ ਕਰਨੀਆਂ ਬੰਦ ਕਰਤੀਆਂ। ਮਗਰ ਜਿੰਨੇ ਵੀ ਜੇਲ੍ਹ ਵਿੱਚ ਹੈਗੇ ਆ ਜਾਂ ਜਿਨ੍ਹਾਂ ਦੇ ਕੇਸ ਪਿਆ ਹੈ, ਉਹ ਵੀ ਇੱਕ ਸੈਂਟਰਲ ਜ਼ਿੰਮੇਵਾਰੀ ਦੇ ਹਿਸਾਬ ਨਾਲ, ਕਿਉਂਕਿ ਜਿਹੜੇ ਇੱਕ ਸੀਰੀਅਸ ਕੇਸ ਹੈ ਉੱਥੇ ਕਾਊਂਟਰ FIR ਕਾਊਂਟਰ ਕੰਪਲੇਂਟ ਕਰਨਾ ਬਹੁਤ ਜ਼ਰੂਰੀ ਹੈ। ਜਿੱਦਾਂ ਹੁਣ ਰਣਜੀਤ ਸਿੰਘ ਨੂੰ ਕਿੰਨਾ ਵੀਡੀਓ ਐਵੀਡੈਂਸ ਐਗਜ਼ਿਸਟ ਕਰਦਾ ਕਿ ਉਹਨੂੰ ਮਾਰਿਆ ਗਿਆ ਰਾਦਰ ਦੈਨ ਉਹਨੇ ਕਿਸੇ ਤੇ ਅਟੈਕ ਕੀਤਾ। ਸਿਮਿਲਰਲੀ ਨਵਦੀਪ ਕੌਰ ਤੇ ਹਾਲਾਂਕਿ ਪਹਿਲਾਂ ਮਰਚਿਆ, ਉਹਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਉਹਨੂੰ ਜੋ ਜੇਲ੍ਹ ਵਿੱਚ ਹੋਇਆ ਉਹ ਕਾਊਂਟਰ FIR ਰਜਿਸਟਰ ਕਰਾਉਣ ਦੀ ਆਪਾਂ ਕੋਸ਼ਿਸ਼ ਕਰੀਏ ਜਾਂ ਕਾਊਂਟਰ ਕੰਪਲੇਂਟ ਕਰੀਏ। ਸਿਮਿਲਰਲੀ ਨਵਰੀਤ ਦੇ ਤਾਂ ਸਭ ਦਾ ਕਾਫੀ ਕਲੀਅਰ ਹੈ, ਉਸ ਫੈਮਿਲੀ ਦੇ ਥੋੜਾ ਸ਼ਿਕਵਾ ਵੀ ਹੈ ਕਿ ਕਮਿਊਨਿਟੀ ਨੇ ਇਮੀਡੀਏਟਲੀ ਰਿਸਪੌਂਡ ਨਹੀਂ ਕੀਤਾ। ਉਸ ਕੇਸ ਵਿੱਚ ਵੀ ਕਾਊਂਟਰ ਕੰਪਲੇਂਟ ਕਰਨਾ ਬਹੁਤ ਜ਼ਰੂਰੀ ਹੈ ਨਾ, ਕਿਉਂਕਿ ਇਫ ਯੂ ਰਿਮੈਂਬਰ ਕਿ 84 ਵਿੱਚ ਸਭ ਤੋਂ ਵੱਡੀ ਗਲਤੀ ਕੀ ਹੋਈ ਸੀ ਕਿ ਅਸੀਂ ਸਰਕਾਰੀ ਕਮੇਟੀਆਂ ਤੇ ਯਕੀਨ ਕਰਦੇ ਰਹੇ, ਕਮਿਸ਼ਨਰ ਤੇ ਯਕੀਨ ਕਰਦੇ, ਆਪਣਾ ਬਹੁਤ ਰਿਸੋਰਸ ਅਸੀਂ ਖਰਾਬ ਕੀਤਾ। ਹੁਣ ਆਪਾਂ ਨੂੰ ਆਪਣੇ ਹਿਸਾਬ ਨਾਲ ਇਮੀਡੀਏਟਲੀ ਐਵੀਡੈਂਸ ਇਕੱਠਾ ਕਰਕੇ ਇੱਕ ਲਾਇਰ ਦੀ ਡਿਊਟੀ ਕਰਕੇ ਔਰ ਲੋਕਾਂ ਨੂੰ ਪ੍ਰੋਸੀਕਿਊਟ ਕਰਨਾ ਸ਼ੁਰੂ ਕਰਨਾ ਚਾਹੀਦਾ। ਇਹ ਚੀਜ਼ ਥੋੜੀ 2002 ਦੇ ਵਿੱਚ ਗੁਜਰਾਤ ਰਾਜ ਵਿੱਚ ਆਪਾਂ ਜਿਹੜੀਆਂ ਬੜੀਆਂ ਸਜ਼ਾਵਾਂ ਹੋਈਆਂ ਉਹ ਇਸੇ ਲਈ ਕਰਕੇ ਹੋਈਆਂ ਕਿ ਲੋਕਾਂ ਨੇ ਔਨ ਹਿਜ਼ ਓਨ ਕ੍ਰਿਮੀਨਲ ਕੰਪਲੇਂਟਸ ਪਾਤੀਆਂ ਸੀ। ਸੋ ਹੁਣ ਆਪਾਂ ਪੁਲਿਸ ਤੇ ਤਾਂ ਰਿਲਾਈ ਕਰ ਨਹੀਂ ਸਕਦੇ, ਇਟ ਇਜ਼ ਆਲਮੋਸਟ ਸਰਟਨ। ਇਸ ਕਰਕੇ ਆਪਾਂ ਨੂੰ ਸਾਰਾ ਐਵੀਡੈਂਸ ਆਪ ਹੀ ਇਕੱਠਾ ਕਰਕੇ ਸਾਰੇ ਗਵਾਹ ਹੁਣੇ ਕਰ, ਕਿਉਂਕਿ ਹੁਣ ਗਵਾਹ ਮਿਲ ਸਕਦੇ ਨੇ, ਬਾਅਦ ਕੋਈ ਬੰਦਾ ਲੱਭਦਾ ਨਹੀਂ ਹੈ, ਕੋਈ ਇਸ਼ੂ ਨਹੀਂ ਹੈ। ਸੋ ਹਰ ਇੱਕ ਕੇਸ ਨੂੰ ਸਪੈਸੀਫਿਕ ਬੰਦੇ ਦੀ ਡਿਊਟੀ ਲਾ ਕੇ ਸਾਰਾ ਐਵੀਡੈਂਸ ਇਕੱਠਾ ਕਰਕੇ ਫਾਰਮਲ ਕੰਪਲੇਂਟ ਲੌਂਚ ਕਰ ਦਈਏ। ਅਸੀਂ ਹੁਣ ਫਾਰਮਲ ਕੰਪਲੇਂਟ ਹੀ ਲੌਂਚ ਕਰਾਂਗੇ, ਕਿਉਂਕਿ ਇੱਕ ਫਾਰਮਲ ਕੰਪਲੇਂਟ ਵਿੱਚ ਇੱਕ ਕੰਪਲੇਨੈਂਟ ਚਾਹੀਦਾ ਹੁੰਦਾ, ਕੋਈ ਪਰਿਵਾਰ ਦਾ ਬੰਦਾ ਸਰਟਨਲੀ ਅੱਗੇ ਆ ਜਾਏਗਾ। ਜਿਹੜੇ ਜਿੰਦੇ ਆ ਉਹ ਤਾਂ ਆਪ ਹੀ ਕੰਪਲੇਨੈਂਟ ਬਣ ਜਾਣਗੇ, ਤੇ ਜਿਹੜੇ ਰਹਿ ਗਏ ਆ ਉਹਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਬੰਦਾ ਕਰਕੇ ਇਮੀਡੀਏਟਲੀ ਆਪਾਂ ਸਿਸਟਮੈਟਿਕਲੀ ਕੰਪਲੇਂਟਾਂ ਸ਼ੁਰੂ ਕਰੀਏ, ਕਿਉਂਕਿ ਇੱਕ ਮਟੀਰੀਅਲ ਕੰਪਨਸੇਸ਼ਨ। ਦੂਸਰਾ ਜਿਹੜੇ ਕੇਸਾਂ ਬਾਰੇ, ਜਿਹੜੇ ਸੀਰੀਅਸ ਕੇਸ ਹੈ, ਜਿਹੜੇ ਚਲੋ ਮਾਈਨਰ ਕੇਸ ਹੈ, ਉਹ ਤਾਂ ਮੋਸਟਲੀ ਕੋਈ ਬਾਹਲਾ ਵਰੀ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜਿਹੜੀਆਂ ਧਾਰਾਵਾਂ ਲੱਗੀਆਂ ਹੋਈਆਂ ਉਹ ਸੀਰੀਅਸ ਨਹੀਂ ਹੈ। ਇਹਨਾਂ ਨੇ ਹਲੇ UAP ਦੀ ਵੀ ਧਾਰਾ ਕਿਸੇ ਕੇਸ ਵਿੱਚ ਲਾਈ ਨਹੀਂ, ਤੇ ਮੋਸਟਲੀ ਉਹ ਹੈਗੀਆਂ ਅਬਸਟਰਕਸ਼ਨ ਟੂ 1 ਮਹੀਨਾ 2 ਮਹੀਨਾ 3 ਮਹੀਨਾ। ਉਹ ਤਾਂ ਜੇ ਅਸੀਂ ਐਜ਼ ਅ ਸਟ੍ਰੈਟਜੀ ਬਣਾ ਕੇ ਉਹਨਾਂ ਨੂੰ ਮੰਨ ਵੀ ਲਈਏ ਤਾਂ ਪ੍ਰੋਬਬਲੀ ਸਜ਼ਾ ਹੋਏਗੀ। ਸੋ ਬਾਲੇ ਕੇਸ ਤਾਂ ਇਸ ਨੇਚਰ ਦੇ ਹੈ। ਕੁਝ ਕੇਸ ਇਹਨਾਂ ਨੇ ਹੁਣ ਯੂਜ਼ ਕਰਨੀ ਹੈ, ਇਹਨਾਂ ਨੇ ਥੋੜੇ ਬੰਦਿਆਂ ਦੇ ਡਿਸਕਲੋਜ਼ਰ ਸਟੇਟਮੈਂਟ ਤੇ ਬਾਕੀ ਲੀਡਰਸ ਨੂੰ ਅਰੈਸਟ ਕਰਨ ਦਾ ਇਹਨਾਂ ਨੇ ਪ੍ਰੋਗਰਾਮ ਬਣਾਉਣਾ ਹੈ ਸਰਕਾਰ ਨੇ, ਜਿੱਦਾਂ ਕਿ ਯੂਜੂਅਲੀ ਕਰਦੇ ਹੁੰਦੇ ਨੇ। ਹੁਣ ਉਹਨਾਂ ਨੇ ਦੀਪ ਸਿੱਧੂ ਨੂੰ ਅਰੈਸਟ ਕਰ ਲਿਆ, ਸਿਧਾਰਨਾ ਨੂੰ ਅਰੈਸਟ ਕਰ ਲਿਆ, ਉਹਨਾਂ ਦੀ ਸਟੇਟਮੈਂਟ ਤੇ ਬਾਕੀ ਲੀਡਰਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਨਗੇ ਕਿ ਜੋ ਉਹਨਾਂ ਨੇ ਡਿਸਕਲੋਜ਼ ਕੀਤਾ ਹੈ। ਸੋ ਚਲੋ ਉਹ ਤਾਂ ਡਿਫਰੈਂਟ ਪਾਰਟ ਹੈ, ਪਰ ਮੇਰੇ ਹਿਸਾਬ ਨਾਲ ਤਾਂ ਬੇਸਿਕਲੀ ਆਪਾਂ ਜੇ ਲੀਗਲ ਟੀਮ ਜਾਂ ਲੀਗਲ ਲੰਗਰ, ਇਹਨਾਂ ਦੋ ਚੀਜ਼ਾਂ ਨੇ, ਕੰਪਨਸੇਸ਼ਨ ਉਹ ਪ੍ਰਾਈਵੇਟ ਬੰਦੇ ਤੋਂ ਪੈਸਾ ਇਕੱਠਾ ਕਰਕੇ ਆਪਾਂ ਨੂੰ ਡਿਸਪਰਸ ਕਰਨਾ ਪਏਗਾ, ਤੇ ਜਿਹੜਾ ਲੀਗਲ ਡਿਫੈਂਸ ਉਹ ਲੌਂਗ ਟਰਮ ਹੈ। ਇਦਾਂ ਹੈ ਕਿ ਕੋਈ ਵੀ ਘੱਟੋ ਘੱਟ ਇੰਡੀਆ ਵਿੱਚ ਕੋਈ ਵੀ ਕੇਸ ਪੂਰਾ ਕਰਨ ਲਈ 10 ਸਾਲ ਲੱਗਦੇ ਨੇ। ਜੇ ਅਸੀਂ ਕਿਸੇ ਨੂੰ ਵੀ ਸਜ਼ਾ ਵੀ ਦਿਵਾਉਣਾ ਚਾਹੁੰਦੇ ਹਾਂ, ਜਿੱਦਾਂ ਨਵਰੀਤ ਦੇ ਕੇਸ ਵਿੱਚ ਬਹੁਤ ਜ਼ਰੂਰੀ ਹੈ ਆਇਡੈਂਟੀਫਾਈ ਕਰਨਾ ਉਹ ਪੁਲਿਸ ਅਫਸਰ ਜਿਹਨੇ ਗੋਲੀ ਚਲਾਈ ਜਾਂ ਕੋਈ ਹੋਰ ਬੰਦੇ ਨੇ ਉਸ ਯੂਨੀਫਾਰਮ ਵਿੱਚ ਗੋਲੀ ਚਲਾਈ। ਉਹਦੇ ਲਈ ਪ੍ਰੋਬਬਲੀ ਸਾਨੂੰ ਕਾਫੀ ਸਪੈਸ਼ਲਾਈਜ਼ਡ ਏਜੰਸੀ ਕੋਲ ਹੀ ਜਾਣਾ ਪਏਗਾ। ਮਗਰ ਬਾਕੀ ਸਾਰੇ ਕੇਸ ਤਾਂ ਬੜੇ ਸਿੰਪਲ ਹੈ, ਕੁੱਟਮਾਰ, ਟੌਰਚਰ ਦੇ, ਉਹਨਾਂ ਦੀ ਆਪਣੀ ਗਵਾਹੀ ਤੇ ਮੈਡੀਕਲ ਐਵੀਡੈਂਸ ਨਾਲ ਉਹ ਸਕਸੈਸਫੁਲ ਹੋ ਜਾਣੇ। ਸੋ ਇਹ ਦੋ ਗੱਲਾਂ ਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ, ਜਿੱਥੇ ਕਿ ਬਹੁਤ ਘਾਟ ਹੈ ਸਾਡੀ ਕਮਿਊਨਿਟੀ ਤੇ, ਹਮੇਸ਼ਾ ਦੋ ਗੱਲਾਂ ਤੇ ਘਾਟ ਰਹਿ ਜਾਂਦੀ ਹਮੇਸ਼ਾ, ਬਾਕੀ ਸਾਰਾ ਕੁਝ ਚੱਲ ਜਾਂਦਾ ਹੈ। ਤੇ ਇਹਨਾਂ ਸ਼ਬਦਾਂ ਨਾਲ ਮੈਂ ਚਾਹੁੰਦਾ ਕਿ
ਆਪਾਂ ਸ਼ੁਰੂਆਤ ਬਹੁਤ ਅੱਛੀ ਵੈਲਿਊਬਲ ਸੁਝਾਅ ਦਿੱਤੇ ਨੇ ਬੈਂਸ ਸਾਹਿਬ ਨੇ। ਤੇ ਜਿਹੜੇ ਵੀ ਸਰੋਤੇ ਦੇਖ ਰਹੇ ਨੇ, ਸੁਣ ਰਹੇ ਨੇ, ਜਿਹੜੇ ਅਫੈਕਟਡ ਨੇ, ਤੁਸੀਂ ਸਾਡੇ ਵਿੱਚੋਂ ਕਿਸੇ ਨੂੰ ਵੀ ਸੰਪਰਕ ਕਰ ਸਕਦੇ। ਖਾਸ ਤੌਰ ਤੇ ਬੈਂਸ ਸਾਹਿਬ ਚੰਡੀਗੜ੍ਹ ਨੇ, ਇਹਨਾਂ ਦਾ ਨੰਬਰ ਵੀ ਅਸੀਂ ਡਿਸਪਲੇ ਬੋਲ ਕੇ ਕਰ ਦਾਂਗੇ। ਜਿਹੜੇ ਵੀ ਅਫੈਕਟਡ ਨੇ, ਮਿਸਿੰਗ ਨੇ, ਜਿਹੜੇ ਕਾਨੂੰਨ ਦੀ ਸਹਾਇਤਾ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਬੇਨਤੀ ਕਿ ਉਹ ਉੱਥੇ ਵੀ ਸੰਪਰਕ ਕਰ ਸਕਦੇ। ਖਾਲਸਾ ਏਡ ਦਾ ਬਹੁਤ ਇੱਕ ਕੈਂਪ ਆਲਰੇਡੀ ਟਿਕਰੀ ਬਾਰਡਰ ਤੇ, ਕੁੰਡਲੀ ਔਰ ਸਿੰਘੂ ਬਾਰਡਰ ਦੇ ਉੱਤੇ ਲੱਗਿਆ ਹੋਇਆ ਵਾ। ਰਵੀ ਸਿੰਘ ਉਹਨਾਂ ਦੇ ਜੋ ਕੰਟਰੀਬਿਊਸ਼ਨ ਕੀਤੀ ਉੱਥੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ, ਡਾਟਾਬੇਸ ਕ੍ਰੀਏਟ ਕਰ ਸਕਦੇ ਹੋ। ਔਰ ਨਵਰੀਤ ਦੇ ਮੁਤਲਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਦੇ ਦਾਦਾ ਜੀ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਇੱਕ ਬੈਂਸ ਸਾਹਿਬ ਪਟੀਸ਼ਨ ਵਰਿੰਦਾ ਗਰੋਵਰ ਹਿਊਮਨ ਰਾਈਟਸ ਦੇ ਐਕਟਿਵਿਸਟ ਉਹਨਾਂ ਵੱਲੋਂ ਫਾਈਲ ਹੋ ਚੁੱਕੀ ਆ। 26 ਫੈਬਰੂਰੀ ਦੀ ਨੋਟਿਸ ਹੋ ਗਿਆ ਔਰ ਉਹਦੇ ਚ ਉਹਨਾਂ ਨੇ ਜਿਹੜੀ ਪੁਲਿਸ ਨੇ ਜੋ ਵੀ ਐਵੀਡੈਂਸ ਆ, ਆਲ ਇਲੈਕਟ੍ਰੋਨਿਕ ਐਵੀਡੈਂਸ, ਸੀਸੀਟੀਵੀ ਫੁਟੇਜ ਐਟਸੈਟਰਾ ਸਾਰਾ ਮੰਗਵਾ ਲਿਆ। ਤੋਂ ਸਟੈਪ ਬਾਈ ਸਟੈਪ ਕਵਰ। ਪਰ ਜਿਹੜੀ ਤੁਸੀਂ ਗੱਲ ਕਹੀ ਕਿ ਆਪਾਂ ਨੂੰ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ, ਜਿਹੜੇ ਮਿਸਿੰਗ ਨੇ, ਉਹ ਡਾਟਾਬੇਸ ਜ਼ਰੂਰ ਸਾਡੇ ਤੱਕ ਆ, ਬੈਂਸ ਸਾਹਿਬ ਤੱਕ ਆ, ਖਾਲਸਾ ਏਡ ਤੱਕ ਆ, ਈਵਨ ਮਨਵਿੰਦਰ ਗਿਆਸਪੁਰਾ, ਫਤਿਹਗੜ੍ਹ ਸਾਹਿਬ ਹੁੰਦੇ ਨੇ, ਇਹਨਾਂ ਤੱਕ ਪਹੁੰਚਣ ਦੀ ਗੱਲ ਕਰਨਾ। ਥੋੜੀ ਜਿਹੀ ਗੱਲ ਆਪਾਂ ਮਨਵਿੰਦਰ ਗਿਆਸਪੁਰਾ ਸਾਹਿਬ ਦੀ ਵੀ ਗੱਲ ਸੁਣੀਏ ਇਸ ਮੁੱਦੇ ਦੇ ਉੱਤੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੱਲ ਇੱਥੇ ਆਪਣੀ ਜਿਹੜੇ ਹੈਗੇ ਆ ਸਾਡੇ ਨੀਅਰ ਡੀਅਰ ਇੱਕ ਮੀਟਿੰਗ ਕੀਤੀ ਸੀ ਇਸੇ ਨੌਜਵਾਨਾਂ ਦੇ ਸੰਬੰਧ ਦੇ ਵਿੱਚ 2 ਦਿਨ ਪਹਿਲਾਂ। ਉਹਦੇ ਵਿੱਚ ਕਈ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਸੀ ਕਿ ਸਭ ਤੋਂ ਪਹਿਲਾਂ ਤਾਂ ਸਰਕਾਰ ਜਿਹੜੀ ਸਾਡੀ ਬੀਜੇਪੀ ਦੀ ਸਰਕਾਰ ਹੈ, ਇਹਦੀ ਮਨਸ਼ਾ ਸਾਡੇ ਜਿੰਨੀਆਂ ਵੀ ਜਥੇਬੰਦੀਆਂ ਉੱਥੇ ਬੈਠੀਆਂ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ। ਕਿਉਂਕਿ ਸਰਕਾਰ ਦੀ ਮਨਸ਼ਾ ਇਹਨਾਂ ਨੂੰ ਧੱਕੇ ਨਾਲ ਦਬਾਉਣ ਦੀ ਹੈ। ਜਿਸ ਤਰੀਕੇ ਦੇ ਨਾਲ ਅੱਜ ਸਾਰੀਆਂ ਜਥੇਬੰਦੀਆਂ ਇੱਕ ਕਿਸਮ ਦਾ ਇਹਨਾਂ ਨੌਜਵਾਨਾਂ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਮੈਂ ਸਮਝਦਾ ਉਹ ਕਿਸੇ ਨਾ ਕਿਸੇ ਭੁਲੇਖੇ ਵਿੱਚ ਨੇ। ਕਿਉਂਕਿ ਸਰਕਾਰ, ਬੀਜੇਪੀ ਦੀ ਸਰਕਾਰ ਦਾ ਜੇ ਤੁਸੀਂ ਪਿਛਲਾ ਰਿਕਾਰਡ ਦੇਖੋ, ਚੱਕ ਕੇ ਦੇਖੋ, ਉਹ ਹਮੇਸ਼ਾ ਇਦਾਂ ਦੇ ਪ੍ਰੋਟੈਸਟ ਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਗੋਦੀ ਮੀਡੀਆ ਜ਼ਰੀਏ ਉਹਨੂੰ ਪਹਿਲਾਂ ਬਦਨਾਮ ਕਰਦੇ ਨੇ, ਬਦਨਾਮ ਕਰਕੇ ਫਿਰ ਉਹਨੂੰ ਫੋਰਸਫੁਲੀ ਉਸ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਦੇਖੋ ਕਿ ਅਸੀਂ ਪਿਛਲੇ 84 ਦਿਨਾਂ ਤੋਂ ਦਰਾਹੇ ਲੰਗਰ ਲਾ ਕੇ ਰੱਖਿਆ ਹੋਇਆ। 26 ਤਰੀਕ ਤੋਂ ਬਾਅਦ ਇੱਕ ਅੱਧੀ ਟਰਾਲੀ ਆ ਰਹੀ ਹੈ। ਲੋਕਾਂ ਦੇ ਵਿੱਚ ਜੋ ਉਤਸ਼ਾਹ ਪਹਿਲਾਂ ਸੀ ਉਹ ਉਤਸ਼ਾਹ ਮੱਠਾ ਪੈਂਦਾ ਜਾ ਰਿਹਾ ਹੌਲੀ ਹੌਲੀ। ਇਹਦਾ ਕਾਰਨ ਕੀ ਹੈ ਕਿ ਉੱਥੋਂ ਦੇ ਜਿੰਨੇ ਵੀ ਪ੍ਰਬੰਧਕ ਨੇ ਜਾਂ ਜੋ ਵੀ ਉਹ ਸਾਰਾ ਸਿਸਟਮ ਚੱਲ ਰਿਹਾ, ਉਹਨਾਂ ਨੇ ਇਹਨਾਂ ਨੌਜਵਾਨਾਂ ਤੋਂ ਪੱਲਾ ਖਿੱਚ ਲਿਆ। ਦੇਖੋ, ਇੱਕ ਪਿੰਡ ਦੇ ਵਿੱਚੋਂ ਇੱਕ ਟਰਾਲੀ ਅਗਰ ਨਹੀਂ ਗਈ, ਉਹਨਾਂ ਨੂੰ ਹਜ਼ਾਰ ਰੁਪਈਆ ਜਾਂ 2-2 ਹਜ਼ਾਰ ਰੁਪਈਆ ਜੁਰਮਾਨੇ ਲਾਏ ਨੇ। ਫਿਰ ਜਿਹੜੇ ਤੁਸੀਂ ਜੁਰਮਾਨੇ ਜੇ ਅੱਜ ਕਿਸੇ ਮੁਸੀਬਤ ਦੇ ਵਿੱਚ ਫਸ ਗਏ ਨੇ ਤੇ ਉਹਨਾਂ ਤੋਂ ਤੁਸੀਂ ਪੱਲਾ ਨਹੀਂ ਛਡਾ ਸਕਦੇ। ਪਹਿਲੀ ਗੱਲ ਇਹ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨਾਲ ਆਪਾਂ ਨੂੰ ਗੱਲ ਕਰਨੀ ਪਏਗੀ ਕਿ ਉਹਨਾਂ ਨੂੰ ਵੀ ਇਸ ਦੀ ਇੱਕ ਵੱਡੇ ਪੱਧਰ ਦੇ ਉੱਤੇ ਆਵਾਜ਼ ਚੱਕਣੀ ਪਏਗੀ। ਦੂਜੇ ਨੰਬਰ ਤੇ ਜਿੰਨੇ ਆਪਾਂ ਇੱਥੇ ਪੋਲੀਟੀਕਲ ਲੀਡਰ ਬੈਠੇ ਆ, ਜਿੰਨੇ ਪੰਜਾਬ ਦੇ ਵਿੱਚ ਬੈਠੇ ਆ, ਜਿਹੜੇ ਕਿ ਇੱਕ ਏਦਾਂ ਦੀ ਸੋਚ ਰੱਖਦੇ ਆ ਕਿ ਨਵਾਂ ਪੰਜਾਬ ਅਸੀਂ ਬਣਾਉਣਾ, ਸਾਨੂੰ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਆ ਕੇ ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਕ੍ਰੀਏਟ ਕਰਨਾ ਚਾਹੀਦਾ। ਉਹਦੇ ਲਈ ਚਾਹੇ ਸਾਨੂੰ ਪ੍ਰੈਜੈਂਟੇਸ਼ਨ ਦੇ ਲਈ ਸਾਨੂੰ ਚਾਹੇ ਅਲੱਗ-ਅਲੱਗ ਅਥਾਰਟੀਜ਼ ਨੂੰ, ਜਿਹੜੀਆਂ ਸੀਨੀਅਰ ਅਥਾਰਟੀਜ਼ ਨੇ, ਉਹਨਾਂ ਨੂੰ ਆਪਣੇ ਤੌਰ ਤੇ ਮਿਲਣਾ ਚਾਹੀਦਾ। ਦੂਜੀ ਗੱਲ, ਜਿਹੜੇ ਸਾਡੇ ਮਿਸਿੰਗ ਨੇ ਕੁਝ, ਜਿਵੇਂ ਹੁਣ ਇੱਕ ਲਾਹੀ ਦਾ ਬਜ਼ੁਰਗ 75 ਸਾਲਾਂ ਮਿਸਿੰਗ ਆ, ਸੁਖਪਾਲ ਖਹਿਰਾ ਜੀ ਨੇ ਉਹਨਾਂ ਦਾ ਮੁੱਦੇ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਚੱਕਿਆ। ਮੈਂ ਸਮਝਦਾ ਕਿ ਨੂੰ ਲੈ ਕੇ, ਬਜ਼ੁਰਗਾਂ ਨੂੰ ਲੈ ਕੇ ਸਾਨੂੰ ਦਿੱਲੀ ਪੁਲਿਸ ਤੇ ਇੱਕ ਅਟੈਕਿੰਗ ਮੋਡ ਤੇ ਆਉਣਾ ਚਾਹੀਦਾ। ਸਾਨੂੰ ਉਹਨਾਂ ਤੇ ਅਟੈਕ ਕਰਨਾ, ਡਾਇਰੈਕਟਲੀ ਅਟੈਕ ਕਰਨਾ ਚਾਹੀਦਾ ਕਿ ਸਾਡਾ ਇਹ ਬਜ਼ੁਰਗ ਦਿੱਲੀ ਪੁਲਿਸ ਨੇ ਮਾਰ ਕੇ ਖਪਾ ਦਿੱਤਾ। ਸਾਨੂੰ ਇਹਦਾ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਡਾਇਰੈਕਟਲੀ ਸਾਨੂੰ ਜਾਣਾ ਚਾਹੀਦਾ। ਉਹਦਾ ਡਾਇਰੈਕਟ ਇਲਜ਼ਾਮ ਦਿੱਲੀ ਪੁਲਿਸ ਦੇ ਉੱਤੇ ਸਾਨੂੰ ਲਾ ਕੇ, ਤਾਂ ਕਿ ਦਿੱਲੀ ਪੁਲਿਸ ਦੀ ਇੱਕ ਡਿਫੈਂਸਿਵ ਮੋਡ ਦੇ ਵਿੱਚ ਆਵੇ। ਜਿੰਨਾ ਚਿਰ ਅਸੀਂ ਡਿਫੈਂਸਿਵ, ਅੱਜ ਅਸੀਂ ਥੱਲੇ ਦੱਬੇ ਹੋਏ ਹਾਂ, ਪਰ ਜਦੋਂ ਅਸੀਂ ਅਟੈਕਿੰਗ ਮੋਡ ਦੇ ਵਿੱਚ ਆ ਗਏ, ਕਿਤੇ ਨਾ ਕਿਤੇ ਦਿੱਲੀ ਪੁਲਿਸ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਸਾਂ ਦੇ ਵਿੱਚ ਸੋਚਣਾ ਪਏਗਾ। ਜਿਵੇਂ ਸਾਡੇ ਇੱਥੇ ਡੇਕਵਾਲ ਦਾ ਇੱਕ ਨੌਜਵਾਨ, ਉਸ ਦੀ ਬੜੀ ਬੁਰੇ ਤਰੀਕੇ ਦੇ ਨਾਲ 27 ਤਰੀਕ ਦੀ ਰਾਤ ਨੂੰ ਲਿਜਾ ਕੇ ਕੁੱਟਮਾਰ ਕੀਤੀ ਗਈ। ਦਿੱਲੀ ਪੁਲਿਸ ਨੇ 24 ਘੰਟੇ ਉਸ ਨੌਜਵਾਨ ਨੂੰ ਟਾਰਚਰ ਕੀਤਾ। ਪਰ ਗੱਲ ਸਾਡੀ ਥੋੜੀ ਜਿਹੀ ਦਿੱਕਤ ਇੱਥੇ ਆ ਰਹੀ ਹੈ ਕਿ ਉਹ ਨੌਜਵਾਨ ਦਾ ਅਸੀਂ ਆਪਣੇ ਤੌਰ ਤੇ ਇਲਾਜ ਵੀ ਕਰਾਇਆ। ਅਸੀਂ ਕੱਲ ਉਹਨੂੰ ਚਾਹ ਰਹੇ ਸੀ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਉਹਦੇ ਲਈ ਵੱਲੋਂ ਕੰਪਲੇਂਟ ਦਰਜ ਕਰੀਏ, ਪਰ ਪਰਿਵਾਰ ਜਿਹੜੇ ਹੈਗੇ ਆ ਉਹ ਪੂਰੀ ਤਰੀਕੇ ਨਾਲ ਡਰੇ ਹੋਏ ਆ। ਕਿਉਂਕਿ ਇੱਕ ਵੱਡੀ ਜਿਹੜੀ ਹੈਗੀ ਆ ਉਹਦੇ ਪਿੱਛੇ ਖੜੀ ਦਿਖਾਈ ਦੇ ਰਹੀ। ਉਹਨਾਂ ਨੂੰ ਇਉਂ ਲੱਗਦਾ ਕਿ ਜੇ ਅੱਜ ਅਸੀਂ ਖੜੇ ਹੋ ਕੇ ਤਾਂ ਇਕੱਲੇ ਰਹਿ ਜਾਾਂਗੇ ਤੇ ਕੱਲ ਨੂੰ ਸਾਡੇ ਤੇ ਜਿਹੜਾ ਹੈਗਾ ਸਾਡਾ ਬੱਚਾ, ਕੱਲਾ ਸਾਡਾ ਬੱਚਾ, ਇਹਦੇ ਉੱਤੇ ਕੋਈ ਹੋਰ ਨਾ ਆ ਜਾਵੇ। ਇਸ ਲਈ ਸਾਨੂੰ ਕਮਿਊਨਿਟੀ ਨੂੰ ਜਾਗਰੂਕ ਕਰਨ ਦੀ ਵੀ ਲੋੜ ਆ ਕਿ ਅੱਜ ਜੇ ਇੱਕ ਸੰਘਰਸ਼ ਚੱਲ ਰਿਹਾ, ਇੱਕ ਡਾਇਰੈਕਟ ਵਾਰ ਸਾਡੀ ਚੱਲ ਰਹੀ ਆ,
ਇਹਨੂੰ ਤੁਸੀਂ ਆਮ ਜਿਹੜੀ ਹੈਗੀ ਆ ਉਹਦੇ ਵਿੱਚ ਤੁਸੀਂ ਇਹ ਨਹੀਂ ਲਾ ਸਕਦੇ, ਕਿਉਂਕਿ 3 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ ਬਾਰਡਰਾਂ ਦੇ ਉੱਤੇ। ਸਰਕਾਰ ਕਿੱਲਾ ਠੋਕ ਰਹੀ ਆ, ਸਰਕਾਰ ਬਾਰਡਰਾਂ ਦੇ ਉੱਤੇ ਬੈਰੀਕੇਡ ਲਾ ਰਹੀ ਆ, ਸਰਕਾਰ ਕੰਡਿਆਲੀ ਤਾਰ ਲਾ ਰਹੀ ਆ। ਇੱਥੋਂ ਸਰਕਾਰ ਦੀ ਮਨਸ਼ਾ ਸਾਨੂੰ ਬਿਲਕੁਲ ਕਲੀਅਰ ਕਰ ਲੈਣੀ ਚਾਹੀਦੀ ਆ ਕਿ ਅੱਜ ਅਸੀਂ ਇਸ ਲੜਾਈ ਨੂੰ ਇਸ ਮੋੜ ਤੱਕ ਲੈ ਕੇ ਜਾਈਏ ਤਾਂ ਕਿ ਸਰਕਾਰ ਇਸ ਗੱਲੋਂ ਮਜਬੂਰ ਹੋਵੇ। ਜਿਹੜੀਆਂ ਇਹਨਾਂ ਦਾ ਗੋਦੀ ਮੀਡੀਆ ਉਸ ਦੀ ਆਵਾਜ਼ ਬੰਦ ਕਰਾਉਣ ਦੇ ਲਈ ਸਾਨੂੰ ਕੋਰਟ ਦਾ ਸਹਾਰਾ ਲੈ ਕੇ ਇਹਨਾਂ ਦੇ ਕੀਤੇ ਹੋਏ ਜ਼ੁਲਮਾਂ ਨੂੰ ਕੋਰਟ ਦੇ ਵਿੱਚ ਸਾਨੂੰ ਇਮੀਡੀਏਟਲੀ ਲੈ ਕੇ ਜਾਣਾ ਚਾਹੀਦਾ। ਉਹਦੇ ਲਈ ਜੇ ਅਸੀਂ 5-7 ਬੰਦੇ ਇਕੱਠੇ ਹੋ ਕੇ ਇੱਕ ਆਵਾਜ਼ ਚੱਕਾਂਗੇ ਤੇ ਜਿਹੜੇ ਅੱਜ ਪਰਿਵਾਰ ਡਰ ਰਹੇ ਆ ਕਿ ਅਸੀਂ ਕੋਰਟ ਦੇ ਵਿੱਚ ਨਹੀਂ ਜਾਣਾ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਲ ਮਿਲੇਗਾ ਤਾਂ ਅੱਗੇ ਸਾਹਮਣੇ ਡਾਇਰੈਕਟਲੀ ਆ ਕੇ ਸਾਡੇ ਨਾਲ ਖੜਨਗੇ। ਅਸੀਂ ਜਦੋਂ 5-7 ਏਦਾਂ ਦੀਆਂ ਕੰਪਲੇਂਟਸ ਦਿੱਲੀ ਪੁਲਿਸ ਦੇ ਖਿਲਾਫ ਪਾ ਦਿੱਤੀਆਂ ਤਾਂ ਇੱਕ ਸਾਡੇ ਕੋਲ ਐਵੀਡੈਂਸ ਕ੍ਰੀਏਟ ਹੋ ਜਾਣਗੇ ਕਿ ਦਿੱਲੀ ਪੁਲਿਸ ਨੇ ਏਦਾਂ ਜਿਹੜੇ ਹੈਗੇ ਆ ਤਸ਼ੱਦਦ ਵੀ ਕੀਤੇ ਆ, ਇੰਨੇ ਜਿਹੜੇ ਬੰਦੇ ਆ ਉਹ ਮਾਰ ਕੇ ਖਪਾਏ ਆ। ਅਸੀਂ ਅੱਜ ਮਾਰ ਕੇ ਖਪਾਉਣ ਦੀ ਗੱਲ ਕਰੀਏ, ਜੇ ਕੱਲ ਨੂੰ ਸਾਨੂੰ ਮਿਲਦੇ ਵੀ ਆ ਤਾਂ ਕੋਈ ਗੱਲ ਨਹੀਂ, ਪਰ ਅੱਜ ਅਸੀਂ ਗੱਲ ਜਿਹੜੀ ਹੈਗੀ ਆ ਮਾਰ ਕੇ ਖਪਾਉਣ ਦੀ ਕਰੀਏ ਦਿੱਲੀ ਪੁਲਿਸ ਦੇ ਉੱਤੇ ਡਾਇਰੈਕਟਲੀ। ਜੇ ਅਸੀਂ ਡਾਇਰੈਕਟ ਅਟੈਕ ਤੇ ਆਵਾਂਗੇ ਤਾਂ ਹੀ ਉਹ ਕਿਤੇ ਨਾ ਕਿਤੇ ਦਿੱਲੀ ਪੁਲਿਸ ਨੂੰ ਅਸੀਂ ਜਿਹੜੇ ਉਹਦੇ ਵਿੱਚ ਕਮੀ ਆ। I think ਮੈਂ ਇੱਕ ਮਿੰਟ ਜਿਹਾ ਇੰਟਰਰਪਟ ਕਰਨਾ ਥੋੜਾ ਜਿਹਾ, ਸੌਰੀ। ਹਾਂਜੀ ਜ਼ਰੂਰ। ਜਿੱਦਾਂ ਭਾਈ ਸਾਹਿਬ ਨੇ ਕਿਹਾ, ਭਾਈ ਬੈਂਸ ਸਾਹਿਬ ਨੇ ਕਿਹਾ, ਭਾਈ ਇਹਦੇ ਵਿੱਚ ਬਹੁਤ ਜ਼ਰੂਰੀ ਸੈਂਟਰਲ ਫੰਡ ਬਾਰੇ ਕਿਹਾ ਗਿਆ, 100% ਮੈਂ ਇਹਦੇ ਵਿੱਚ ਅਗਰੀ ਹਾਂ। ਇੱਥੇ UK ਵਿੱਚ US ਵਿੱਚ ਮੈਂ ਬਹੁਤ ਜ਼ਿਆਦਾ ਰੌਲਾ ਪਾ ਜਾਂਦਾ, ਇੱਥੇ ਲੋਕ ਬਹੁਤ ਪੈਸਾ ਇਕੱਠਾ ਕਰ ਰਹੇ ਆ ਕਿਸਾਨੀ ਅੰਦੋਲਨ ਦੇ ਨਾਂ ਤੇ। ਲੱਖਾਂ ਤੋਂ ਲੱਖ ਜਾ ਰਹੇ ਜਥੇਬੰਦੀਆਂ ਵੱਲੋਂ, ਇੰਡੀਵਿਜੂਅਲ ਵੱਲੋਂ, ਸਾਡੇ ਮੀਡੀਆ ਵੱਲੋਂ, ਉਹ ਪਤਾ ਨਹੀਂ ਉਹ ਕਿੱਥੇ ਜਾ ਰਹੇ ਇਸ ਵੇਲੇ। ਉੱਥੇ ਲੰਗਰ ਖਾਣਾ ਪੀਣਾ ਸਾਰੀ ਸੰਗਤ ਦੇ ਰਹੀ ਆ। ਖਾਲਸਾ ਏਡ ਦਾ ਵੱਡੀ ਆਪਰੇਸ਼ਨ ਹੈ, 80% ਡੋਨੇਸ਼ਨ ਲੋਕਲ ਸੰਗਤ ਇੰਡੀਆ ਤੋਂ, ਦਿੱਲੀ ਤੋਂ, ਪੰਜਾਬ ਤੋਂ, ਹਰਿਆਣਾ ਦੇ ਰਹੀ। ਇੱਥੋਂ ਜਿਹੜਾ ਪੈਸਾ ਇਕੱਠਾ ਹੋ ਰਿਹਾ ਆ ਉਹ ਬਿਲਕੁਲ ਬਰਬਾਦ ਹੋਊਗਾ, ਕਿਉਂਕਿ ਉਹਦਾ ਕੋਈ ਫੋਕਸ ਹੈ ਨਹੀਂਗਾ ਕਿ ਕਿੱਥੇ ਪੈਸਾ ਜਾ ਰਿਹਾ। ਇਹਨਾਂ ਨੇ ਜੋ ਗੱਲ ਕੀਤੀ ਭਾਈ ਬੈਂਸ ਹੋਣਾ ਨੇ ਤੇ ਇੱਕ ਸੈਂਟਰਲ ਫੰਡ, ਫੋਕਸ ਫੰਡ ਹੋਣਾ ਚਾਹੀਦਾ, ਮੈਂ 100% ਅਗਰੀ ਕਰਦਾ। ਇਹ ਵੀ ਪੁੱਛਣਾ ਚਾਹੀਦਾ ਜਥੇਬੰਦੀਆਂ ਨੇ ਇੱਥੋਂ ਜਿਹੜੇ ਲੱਖਾਂ ਲੱਖ ਪਾਉਂਡ ਇਕੱਠੇ ਕੀਤੇ, ਡਾਲਰ ਕੀਤੇ ਗਏ, ਉਹ ਤੁਸੀਂ ਕਿੱਥੇ ਲਾ ਕੇ ਆਏ? ਨਿੱਕਾ ਜਿਹਾ ਟੇਬਲ ਲਾ ਕੇ ਮੋਹਰੇ ਲੱਖਾਂ ਪਾਉਂਡ ਇਕੱਠੇ ਕਰਦੇ। ਇਹ ਜੋ 84 ਚ ਹੋਇਆ ਹੁਣ ਮੁੜ ਕੇ ਹੋ ਰਿਹਾ ਆ। ਫੰਡਾਂ ਭਰ ਕੇ ਪੈਸੇ ਇਕੱਠੇ ਕਰਕੇ ਉੱਥੇ ਲੱਗੂਗੇ ਨੀਗੇ। ਮੈਂ ਬਿਲਕੁਲ ਸਹਿਮਤ ਹਾਂ ਭਾਈ ਬੈਂਸ ਹੋਣਾ ਨਾਲ, ਇੱਥੇ ਹੇਰਾ ਫੇਰੀ ਹੋ ਰਹੀ ਆ। ਦੂਜੀ ਗੱਲ ਦੇ ਵਿੱਚ ਆ ਜਿਹੜਾ ਭਈ ਮੈਂ ਵੀ ਇਹ ਅਪੀਲ ਕਰੂੰਗਾ ਸੰਗਤ ਨੂੰ, ਜਿੱਦਾਂ ਭਾਈ ਬੈਂਸ ਹੋਣੀ ਆ, ਇਹਨਾਂ ਦਾ ਸਾਥ ਦੇਵੋ। ਭਈ ਜਿਹੜੇ ਵੀ ਜਿਹਦੇ ਕੋਈ ਵੀਡੀਓ ਹੋਵੇ, ਜਿਹਦੇ ਕੋਲ ਕੋਈ ਪਿਕਚਰਸ ਹੋਣ ਉਸ ਟਾਈਮ ਜਾਂ ਜਿੱਦਾਂ ਮਰਜ਼ੀਆਂ ਹੋਣ, ਜਿੱਥੇ ਇੰਸੀਡੈਂਟ ਹੋਏ ਆ ਲਾਲ ਕਿਲੇ ਹੋਰ ਜਾਂ ਬਾਹਰ, ਉਹ ਡਿਸਟਰੋਏ ਨਾ ਕਰਨ, ਬਿਲਕੁਲ ਸੇਵ ਕਰਕੇ ਇੱਕ ਫੋਕਸ ਹੋਣਾ ਚਾਹੀਦਾ, ਇੱਕ ਨੰਬਰ, ਸੈਂਟਰਲ ਨੰਬਰ, ਜਿੱਥੇ ਉਹ ਵੀਡੀਓ ਆਪਣੇ ਸਾਰੇ ਸੈਂਡ ਕਰ ਸਕਣ। ਉਹ ਫਿਰ ਲੇਟਰ ਔਨ ਇਨਵੈਸਟੀਗੇਸ਼ਨ ਟੀਮ ਉਹ ਮੁੜ ਕੇ ਸਾਰਾ ਚੈੱਕ ਕਰ ਸਕਦੀ ਆ। ਸ਼ਾਇਦ ਕੋਈ ਚੀਜ਼ ਦਿਸੂਗੀ ਨਹੀਂ, ਕਈ ਵਾਰੀ ਸਾਨੂੰ ਨਹੀਂ ਦਿਸਦੀ, ਅਸੀਂ ਰਿਕਾਰਡ ਕਰਦੇ ਵੀਡੀਓ, ਉੱਥੇ ਕੀ ਹਾਲਾਤ ਸੀਗੇ, ਉੱਥੇ ਰੌਲਾ ਪੈਂਦਾ, ਪਰ ਉਹਦੇ ਵਿੱਚ ਵੀਡੀਓ 'ਚ ਕੋਈ ਨਾ ਕੋਈ ਚੀਜ਼ ਕੈਪਚਰ ਹੁੰਦੀ। ਪਰ ਸਾਡੇ ਕੋਈ ਸੈਂਟਰਲ ਨੰਬਰ ਹੈ, ਅਸੀਂ ਉਹ ਵੀਡੀਓ ਕਿਸੇ ਤੋਂ ਭੇਜ ਦਈਏ ਸੇਫ ਕੀਪਿੰਗ ਲਈ, ਫਿਊਚਰ ਲਈ, ਇਨਵੈਸਟੀਗੇਸ਼ਨ ਲਈ, ਐਵੀਡੈਂਸ ਲਈ। ਇਹ ਵੀ ਮੈਂ ਬੇਨਤੀ ਕਰੂੰਗਾ ਵੀ ਇਹ ਵੀ ਦੇਖਿਆ ਜਾਵੇ। ਤੋ ਤੀਜੀ ਗੱਲ ਇਹ ਚਾਹੁੰਦੀ ਆ, ਜਿਹੜੇ ਮੈਂ ਕੋਸ਼ਿਸ਼ ਬਹੁਤ ਕੀਤੀ ਪਰਸਨਲੀ ਪਿਛਲੇ 4-5 ਹਫ਼ਤੇ ਵਿੱਚੋਂ, ਪਿਛਲੇ ਮਹੀਨੇ ਵਿੱਚ, ਭਈ ਜਿਹੜੇ ਕਿਸਾਨ ਲੀਡਰਸ਼ਿਪ ਨਾਲ ਗੱਲ ਕਰਨ ਦੀ, ਮੇਰੇ ਮੈਸੇਜ ਗਾਹਾਂ ਨਹੀਂ ਦਿੱਤੇ ਗਏ ਉਹਨਾਂ ਨੂੰ, ਉਹਨਾਂ ਦੇ ਜਿਹੜੇ ਸੈਕਟਰੀ ਜਾਂ ਉਹਨਾਂ ਦੇ ਫਰੰਟ ਲਾਈਨ ਬੰਦੇ ਆ। ਬਸ ਭਾਈ ਜੋਗਿੰਦਰ ਸਿੰਘ ਗਰਾਜ ਨੇ ਮੇਰੇ ਨਾਲ 1-1.5 ਮਹੀਨਾ ਪਹਿਲਾਂ ਗੱਲ ਕੀਤੀ, ਬਾਕੀਆਂ ਨੇ ਬਿਲਕੁਲ ਮੈਨੂੰ ਕਿਹਾ ਗਿਆ ਆ ਗੱਲ ਕਰਾ ਦੇਵਾਂਗੇ, ਕੋਈ ਨਾ ਫਿਕਰ ਨਾ ਕਰੋ। ਉਹ ਜਾਣ ਕੇ ਸਾਨੂੰ ਜਸ ਟੰਗੀ ਜਾਂਦੇ ਆ, ਗੱਲ ਨਹੀਂ ਕਰਾ ਰਹੇ ਸਾਨੂੰ, ਜਿਹੜੇ ਉਹਨਾਂ ਦੇ ਗੱਬੇ ਜਿਹੜੇ ਮਿਡਲ ਮੈਨ ਆ। ਸੋ ਇੰਗੇਜਮੈਂਟ ਕਰਨੀ ਚਾਹੀਦੀ ਕਿਸਾਨ ਲੀਡਰਸ਼ਿਪ ਨਾਲ, ਕਿਉਂਕਿ ਉਹਨਾਂ ਨੇ ਜਿਹੜਾ ਵੀ ਅੰਦੋਲਨ ਚਲਾਇਆ ਬਹੁਤ ਸਕਸੈਸਫੁਲ ਆ, ਅਸੀਂ ਵੀ ਸਪੋਰਟ ਕਰਦੇ ਆ। ਇਹਦਾ ਮਤਲਬ ਨਹੀਂਗਾ ਕਿ ਜੇ ਅਸੀਂ ਪੈਸੀ ਹੋਣੀ ਚਾਹੀਦੀ ਹੈ ਜਾਂ ਦੀਪ ਸਿੱਧੂ ਜਾਂ ਲੱਖੇ ਦੀ ਮਦਦ ਕਰੋ ਅਸੀਂ ਅੰਦੋਲਨ ਨੂੰ ਘੱਟ ਸਪੋਰਟ ਕਰਦੇ ਆ। ਇਹ ਰੋਂਗ ਪ੍ਰੋਪੇਗੈਂਡਾ ਆ। ਸੋ ਅਸੀਂ ਬੇਨਤੀ ਕਰਦੇ ਭਾਈ ਬੈਂਸ ਹੋਣਾ ਨੂੰ, ਅਸੀਂ ਥੈਂਕ ਯੂ, ਧੰਨਵਾਦੀ ਉਹਨਾਂ ਦੇ ਆ ਵੀ ਉਹ ਅੱਜ ਆਏ ਆ, ਕਿਉਂਕਿ ਏਦਾਂ ਦੇ ਸਾਨੂੰ ਦਿਮਾਗੀ ਬੰਦੇ ਜਿਹੜੇ ਕੋਈ ਕਾਨੂੰਨੀ ਤੌਰ ਤੇ ਐਕਸਪਰਟ ਬਹੁਤ ਲੋੜ ਆ। ਅਸੀਂ ਸਪੋਰਟ ਕਰਾਂਗੇ ਜੇ ਕੋਈ ਸੈਂਟਰਲ ਫੰਡ ਹੋਵੇ, ਅਸੀਂ ਸਪੋਰਟ ਕਰਾਂਗੇ ਇਨਵੈਸਟੀਗੇਸ਼ਨ, ਅਸੀਂ ਸਪੋਰਟ ਕਰਾਂਗੇ ਜੇ ਇਹਨਾਂ ਨੂੰ ਕੋਈ ਨੰਬਰ ਸੇਵ ਜਾਂ ਵੀਡੀਓ ਸੇਵ ਕਰਨੇ ਜਾਂ ਕੋਈ ਡੇਟਾ ਕਲੈਕਸ਼ਨ ਕਰਨੀ ਹੋਵੇ, ਜਿਹੜੇ ਵੀਡੀਓ ਦੀਆਂ ਪਿਕਚਰਸ ਦੀ, ਇਹ ਬਹੁਤ ਜ਼ਰੂਰੀ ਆ। ਜਿੱਦਾਂ ਇਹਨਾਂ ਨੇ ਗੱਲ ਕਹੀ ਆ, ਹੁਣ 84 ਤੋਂ ਅਸੀਂ ਕੀ ਸਿੱਖਿਆ? ਇਹ ਸਿੱਖਿਆ ਐਵੀਡੈਂਸ ਛੇਤੀ ਗੈਦਰ ਕਰੋ, ਮੂਵ ਫਾਸਟ, ਵੇਸਟ ਨਾ ਕਰੋ ਟਾਈਮ। ਜਿਹੜੇ ਕੋਈ ਗਵਾਹ ਪਿੱਛੇ ਹੋ ਜਾਂਦੇ ਜਾਂ ਡਰ ਜਾਂਦੇ ਜਾਂ ਵਿਚਾਰੇ ਪੂਰੇ ਹੋ ਜਾਂਦੇ ਆ। ਅਸੀਂ ਲੈਸਨ ਜੋ 84 ਤੋਂ ਸਿੱਖੇ ਆ,
ਉਹ ਹੁਣ ਸਾਨੂੰ ਇੰਪਲੀਮੈਂਟ ਕਰਨੇ ਪੈਣੇ ਆ, ਨਹੀਂ ਤਾਂ ਸਾਡਾ ਮੁੜ ਕੇ ਨਹੀਂ ਹੋਣਾ। ਇਹ ਕੈਪ ਕਰ ਸਕਦੇ ਆ ਸਮੇਂ ਵਿੱਚ 2021 ਵਿੱਚ ਬੰਦੇ ਮਿਸਿੰਗ ਆ, ਤੇ ਅਸੀਂ ਕਹੀ ਜਾਂਦੇ ਚਲੋ ਜੀ ਕੋਈ ਨਹੀਂ ਦੇਖ ਲੈਂਦੇ ਆ। ਸੋ ਬਿਲਕੁਲ ਮੈਂ ਸਹਿਮਤ ਹਾਂ ਭਾਈ ਬੈਂਸ ਹੋਣਾ ਤੁਹਾਡੇ ਸਾਰਿਆਂ ਨਾਲ। ਇਹ ਐਕਸ਼ਨ ਸਾਨੂੰ ਏਐਸਸੀ ਵੀ ਲੈਣੇ ਪੈਣੇ। ਇਸ ਅਫਵਾਹ ਜਥੇਬੰਦੀ, ਅਫਵਾਹ ਪੋਲੀਟੀਕਲ ਪਾਰਟੀਜ਼ਮ, ਇਹ ਹੈਗਾ ਬਹੁਤ ਵੱਡਾ ਇਸ਼ੂ ਆ। ਜੇ ਅਸੀਂ ਨਹੀਂ ਮੂਵ ਕੀਤਾ, ਇਨਫੈਕਟ ਜੋ ਤੁਸੀਂ ਸਾਰੀਆਂ ਗੱਲਾਂ ਕਹਿ ਰਹੇ ਹੋ, ਮੈਂ ਬਿਲਕੁਲ ਤੁਹਾਡੇ ਨਾਲ ਤੁਹਾਡੀਆਂ ਗੱਲਾਂ ਦੀ ਤਈਦ ਕਰਦਾ ਕਿ ਜਿਹੜਾ ਸੋ ਕਾਲਡ ਵਾਇਲੈਂਸ ਦਾ ਨੈਰੇਟਿਵ ਇਲੈਕਟ੍ਰੋਨਿਕ ਮੀਡੀਆ ਦੇ ਇੰਡੀਆ ਨੇ ਸੈੱਟ ਕੀਤਾ, ਉਲਟਾ ਆਪਣੇ ਨਾਲ ਹੋਇਆ ਵਾ। ਸਾਡੇ ਬੰਦਿਆਂ ਨੇ ਕਿਤੇ ਬੋਲ ਬਲਾਈਏ ਵਿੱਚ ਨਾਅਰੇ ਲਾਏ ਹੋਣਗੇ, ਚਲੋ ਮੰਨ ਲਿਆ ਕਿ ਨਿਸ਼ਾਨ ਸਾਹਿਬ ਚੜਾ ਦਿੱਤਾ, ਨਾ ਤਾਂ ਉਹਨਾਂ ਨੇ ਤਿਰੰਗੇ ਦਾ ਕੋਈ ਡਿਸਆਨਰ ਕੀਤਾ, ਤੇ ਜਿਹੜਾ ਵਾਇਲੈਂਸ ਹੋਇਆ ਉਹ ਨਵਰੀਤ ਦੇ ਗੋਲੀ ਵੱਜੀ ਹੈ। ਔਰ ਇਸ ਗੱਲ ਦੀ ਪੁਸ਼ਟੀ ਜਿਹੜੇ ਫੋਰੈਂਸਿਕ ਪੈਥੋਲੋਜਿਸਟ ਪੋਸਟਮਾਰਟਮ ਦੇ ਮਾਹਰ ਨੇ, ਨਾਟ ਓਨਲੀ ਨੈਸ਼ਨਲ ਬਟ ਈਵਨ ਯੂਕੇ ਦੇ ਡਾਕਟਰ ਬਾਸਿਲ ਪੁਰਦੋ, ਕੈਰਾਵਨ ਮੈਗਜ਼ੀਨ ਨੇ ਬਹੁਤ ਡਿਟੇਲਡ ਇਨਵੈਸਟੀਗੇਸ਼ਨ ਕੈਰੀ ਆਊਟ ਕਰਕੇ ਕਿਹਾ ਕਿ ਗੋਲੀ ਨਾਲ ਉਹਦੀ ਮੌਤ ਹੋਈ ਆ। ਸੋ ਵਾਇਲੈਂਸ ਸਾਡੇ ਨਾਲ ਹੋਇਆ, ਸਾਡੇ ਬੱਚਿਆਂ ਨਾਲ ਹੋਇਆ। ਕੇਸ ਆ ਇਹ, and we have to treat it, ਇਹਨਾਂ ਟ੍ਰੀਟ ਸਾਨੂੰ ਮਰਡਰ ਕੇਸ ਟ੍ਰੀਟ ਕਰਨਾ ਪੈਣਾ। this is a murder case, and ਜਿੱਦਾਂ ਸਾਡੇ ਲੀਗਲ ਐਕਸਪਰਟ ਆ ਸਾਨੂੰ ਕਹਿ ਰਹੇ ਆ this is a case, ਸਾਨੂੰ ਫੋਲੋ ਕਰਨਾ ਚਾਹੀਦਾ। ਇਹ ਸਾਡਾ ਨੌਜਵਾਨ ਉੱਥੇ ਖੋਲ ਬਲੱਡ ਦੇ ਵਿੱਚ ਖੂਨੀ ਖਾਰ ਕਰਕੇ ਉਹਨੂੰ ਮਾਰਿਆ ਗਿਆ, ਅਸੀਂ ਫਿਰ ਉਹ ਤੇ ਕਹਿੰਦੇ ਕੋਈ ਨਹੀਂ, ਉਹਦੀ ਸਟੇਜ ਤੇ ਨਹੀਂ ਕਰਨੀ, ਉਹਦੀ ਮੀਡੀਆ ਤੇ ਗੱਲ ਨਹੀਂ ਕਰਨੀ, ਕੋਈ ਗਵਰਨਮੈਂਟ ਅਪਸੈਟ ਹੋ ਜਾਊਗੀ। ਫਿਰ ਸਾਡੀ ਲੀਡਰਸ਼ਿਪ ਕਿੱਥੇ ਰਹਿ ਗਈ? ਵੇਅਰ ਇਜ਼ ਦ ਲੀਡਰਸ਼ਿਪ? ਜਿੱਥੇ ਤੁਹਾਡਾ ਮੁੰਡਾ ਨੌਜਵਾਨ ਖੂਨੀ ਖਾਰ ਦਿਨ ਦਿਹਾੜੀ ਖੋਲ ਬਲੱਡ ਵਿੱਚ ਮਰਡਰ ਕੀਤਾ ਗਿਆ ਸਾਰਿਆਂ ਸਾਹਮਣੇ, ਅਸੀਂ ਕਹਿੰਦੇ ਉਹ ਮੁੜ ਕੇ ਸਾਨੂੰ ਕਹਿ ਰਹੇ ਆ ਅਸੀਂ ਜੋ ਮਰਜ਼ੀ ਕਰ ਸਕਦੇ, ਤੁਸੀਂ ਕੁਝ ਨਹੀਂ ਕਰ ਸਕਦੇ। ਸਾਡਾ ਮੈਸੇਜ ਕੀ ਹੋਊਗਾ? ਇਹ ਬਹੁਤ ਜ਼ਰੂਰੀ ਆ। ਰਵੀ ਸਿੰਘ ਜੀ, ਉਹੀ ਮੈਂ ਗੱਲ ਕਹਿ ਰਿਹਾ ਕਿ ਜਿਹੜਾ ਇਹ ਗਵਰਨਮੈਂਟ ਨੇ ਇੱਕ ਆਪਣੇ ਤੇ ਉੱਤੇ ਪ੍ਰੈਸ਼ਰ ਪਾਤਾ, ਔਰ ਇੱਕ ਬੀਜੇਪੀ ਸਪਾਂਸਰਡ ਮੀਡੀਆ ਨੇ ਉਹਨੂੰ ਬਹੁਤ ਦੱਬ ਕੇ ਸਾਨੂੰ ਡਰਾਇਆ, ਸਾਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਤੇ ਉਲਟਾ ਰਿਪਰੈਸ਼ਨ ਤਾਂ ਪੰਜਾਬ ਦੇ ਜਿਹੜੇ ਨੌਜਵਾਨ ਗੇ ਉਹਨਾਂ ਤੇ ਹੋਇਆ ਵਾ। ਇੱਕ ਮੁੰਡਾ ਮਾਰਿਆ ਗਿਆ, 15 ਤੋਂ ਲੈ ਕੇ 20 ਜਾਂ 19 ਲੋਕ ਜਿਹੜੇ ਬਜ਼ੁਰਗ ਜ਼ੋਰਾਵਰ ਸਿੰਘ ਵਰਗੇ ਉਹ ਲਾਪਤਾ ਨੇ, ਔਰ ਸੈਂਕੜਿਆਂ ਦੀ ਤਾਦਾਦ ਵਿੱਚ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ ਗਏ। ਬਹੁਤ ਸਾਰਿਆਂ ਨੂੰ ਉਦੋਂ ਟਰੈਕਟਰਾਂ ਦੇ ਉੱਤੇ ਪੁਲਿਸ ਨੇ ਬਹੁਤ ਬਰੂਟੈਲਿਟੀ ਨਾਲ ਕੁੱਟਿਆ ਮਾਰਿਆ, ਲਾਠੀਆਂ ਮਾਰੀਆਂ। ਔਰ ਇਸ ਦੇ ਨਾਲ ਹੁਣ ਜਿੱਦਾਂ ਗਿਆਸਪੁਰਾ ਜੀ ਨੇ ਕਿਹਾ ਕਿ ਬਲਕਿ ਮੇਰੇ ਆਪਣੇ ਭਤੀਜੇ ਨੂੰ ਇੱਕ ਨੋਟਿਸ ਸਪੈਸ਼ਲ FIR 307 ਦੇ ਵਿੱਚ ਉਹਨਾਂ ਨੂੰ ਸਮਨ ਕੀਤਾ ਗਿਆ। ਸ਼ਾਮਪੁਰ ਬਾਦਲੀ ਕੋਈ ਪੁਲਿਸ ਸਟੇਸ਼ਨ ਹੈ, ਸਮੇਪੁਰ ਬਾਦਲੀ। ਲਾਈਕਵਾਈਜ਼ ਸੈਂਕੜੇ ਹਜ਼ਾਰਾਂ ਨੋਟਿਸ ਪੰਜਾਬ ਦੇ ਵਿੱਚ। ਸੋ ਰਿਪਰੈਸ਼ਨ ਤਾਂ ਉਲਟਾ ਗਵਰਨਮੈਂਟ ਕਰ ਰਹੀ ਆ। ਸੋ ਸਾਡੀ ਲੀਡਰਸ਼ਿਪ ਨੂੰ ਮੇਰੀ ਵੀ ਬੇਨਤੀ ਤੁਹਾਡੇ ਵਾਂਗੂ ਸਾਰਿਆਂ ਵਾਂਗੂ ਕਿ ਇਸ ਰਿਪਰੈਸ਼ਨ ਨੂੰ ਸਾਰੇ ਇਕੱਠੇ ਹੋ ਕੇ ਲੜੀਏ, ਇਹਨਾਂ ਦੀ ਹਿਫਾਜ਼ਤ ਕਰੀਏ। ਕੌਣ ਗਲਤ ਸੀ, ਕੌਣ ਗਦਾਰ ਸੀ, ਉਹ ਸਾਰੀਆਂ ਗੱਲਾਂ ਸੈਕੰਡਰੀ ਤੇ ਬਾਅਦ ਦੀਆਂ ਨੇ। ਇਸ ਕਰਕੇ ਜਿਹੜਾ ਅੱਜ ਦਾ ਸਾਡਾ ਮਕਸਦ ਸੀਗਾ ਉਹੀ ਆ ਕਿ ਆਓ ਆਪਾਂ ਸਾਰੇ ਮਿਲ ਕੇ, ਔਰ ਮੈਂ ਬੈਂਸ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ। ਇੱਕ ਹੋਰ ਗੱਲ ਜ਼ਰੂਰੀ ਸੀ, ਸਾਰਿਆਂ ਨੂੰ ਜਿੰਨੇ ਵੀ ਨੋਟਿਸ ਆ ਰਹੇ ਨੇ ਤੁਸੀਂ ਦੇਖੋਗੇ ਇਹ ਨੋਟਿਸ ਮਿਲਣ ਤੋਂ ਬੈਕ ਡੇਟ ਦੇ ਵਿੱਚ ਆ ਰਹੇ ਨੇ। ਪੁਲਿਸ ਡਾਇਰੈਕਟਰ ਜਿਹੜੇ ਹੈਗੇ ਚਾਹੁੰਦੇ ਆ ਉਹਨਾਂ ਜਿਹੜੇ ਨੋਟਿਸ ਨੇ ਉਹਨਾਂ ਦਾ ਥੋੜੀ ਆਵਾਜ਼ ਘੱਟ ਰਹੀ ਆ, ਸਾਰਿਆਂ ਨੂੰ ਅਪੀਲ ਆਵਾਜ਼ ਕੱਟ ਰਹੀ ਹੈ ਜੀ। ਹਾਂਜੀ, ਆਵਾਜ਼ ਨਹੀਂ ਸਾਡੇ ਪਹੁੰਚ ਗਈ। ਬੈਂਸ ਸਾਹਿਬ ਤੁਸੀਂ ਗੱਲ ਨੂੰ ਜਾਰੀ ਰੱਖਦੇ ਹੋਏ ਆਪਾਂ ਹੁਣ ਨੇੜੇ ਕਰ ਦਈਏ ਜੀ ਤਕਰੀਬਨ। ਇਹ ਬਿਲਕੁਲ ਠੀਕ ਹੈ। ਦੇਖੋ, ਇਮੀਡੀਏਟਲੀ ਸਾਨੂੰ ਪਬਲਿਕ ਕਾਲ ਦੇਣੀ ਚਾਹੀਦੀ ਹੈ ਕਿ ਨਵਰੀਤ ਦੇ ਪੋਸਟਮਾਰਟਮ ਵਿੱਚ ਸਪਸ਼ਟ ਹੁੰਦਾ ਕਿ ਲੋਅਰ ਲੈਵਲ ਤੋਂ ਗੋਲੀ ਆਈ ਹੈ, ਸਾਹਮਣੇ ਤੋਂ ਆਈ ਹੈ, ਬੈਰੀਕੇਡ ਲੱਗੇ ਸੀ, ਸਾਹਮਣੇ ਪੁਲਿਸ ਫੋਰਸ ਸੀ, ਜਿਹਨੇ ਕਿਉਂਕਿ ਸਭ ਤੋਂ ਔਖਾ ਹੁਣ ਆਇਡੈਂਟੀਫਾਈ ਕਰਨਾ ਹੈ। ਫੋਰੈਂਸਿਕ ਐਵੀਡੈਂਸ ਤਾਂ ਆ ਗਿਆ, ਗੋਲੀ ਲੱਗ ਗਈ, ਪੋਸਟਮਾਰਟਮ ਰਿਪੋਰਟ ਆ ਗਈ, ਹੁਣ ਹੈ ਕਿ ਕਿਹਨੇ ਮਾਰੀ ਹੈ। ਸੋ ਵੀ ਉਹ ਕਿਸੇ ਵੀ ਆਈ ਵਿਟਨੈਸ ਲੋਕਾਂ ਨੇ ਦੇਖਿਆ ਵੀ ਜ਼ਰੂਰ ਹੋਏਗਾ, ਕਿਉਂਕਿ ਉਹ ਵੱਡੀ ਰਾਈਫਲ ਦੀ ਗੋਲੀ ਹੈ, ਥਰੂ ਐਂਡ ਥਰੂ ਨਿਕਲ ਗਈ, ਡਿਸਟੈਂਸ ਤੋਂ ਆਈ ਹੈ, ਛੋਟੇ ਵੈਪਨ ਦੀ ਗੋਲੀ ਨਹੀਂ ਹੈਗੀ। ਤੇ ਕੋਈ ਜਿਹੜਾ ਅੰਦੋਲਨਕਾਰੀ ਦੇ ਵਿੱਚ ਛੋਟਾ ਵੈਪਨ ਕੰਸੀਲ ਲੈ ਕੇ ਆ ਸਕਦਾ, ਸੋ ਵੱਡੀ ਰਾਈਫਲ ਦੀ ਗੋਲੀ ਹੈ, 100% ਕਿਸੇ ਪੁਲਿਸ ਫੋਰਸ ਦੇ ਵੱਲੋਂ ਆਈ ਹੈ।
ਕਿਸੇ ਨੇ ਦੇਖਿਆ ਵੀ ਹੋਏਗਾ ਗੋਲੀ ਮਾਰਦੇ ਉਸ ਵਕਤ। ਸੋ ਇਸ ਕਰਕੇ ਪਬਲਿਕ ਕਾਲ ਜ਼ਰੂਰ ਦਿਓ ਕਿ ਜੇ ਕਿਸੇ ਨੇ ਦੇਖਿਆ ਤਾਂ ਉਹਨੂੰ ਆਇਡੈਂਟੀਫਾਈ ਕਰਕੇ ਦੱਸਿਆ ਜਾਵੇ, ਪਤਾ ਲੱਗ ਜਾਏ। ਇਸ ਸਟੇਜ ਤੇ ਹਲੇ ਵੀ ਪਤਾ ਲੱਗ ਸਕਦਾ, ਅਦਰਵਾਈਜ਼ ਬਾਅਦ ਵਿੱਚ ਬਹੁਤ ਔਖਾ ਹੋ ਜਾਂਦਾ। ਅਸੀਂ ਸਟੈਬਲਿਸ਼ ਤਾਂ ਕਰ ਲਾਂਗੇ ਕਿ ਉਹਨੂੰ ਮਰਡਰ ਕੀਤਾ ਗਿਆ, ਬਟ ਕਿਹਨੇ ਕੀਤਾ ਉਹ ਹੁਣੇ ਹੀ ਪਤਾ ਲੱਗ ਸਕਦਾ, ਵਾਈਡ ਪਬਲਿਸਿਟੀ ਨਾਲ ਪਤਾ ਲੱਗ ਸਕਦਾ ਕਿ ਕੋਈ ਵਲੰਟਰਲੀ ਇਨਫੋਰਮੇਸ਼ਨ ਮਿਲ ਜਾਏ। ਆਇਡੈਂਟੀਫਿਕੇਸ਼ਨ ਉਸ ਆਫਿਸਰ ਦੀ ਜਾਂ ਉਸ ਬੰਦੇ ਦੀ ਬਹੁਤ ਜ਼ਰੂਰੀ ਹੈ ਇਸ ਸਟੇਜ ਤੇ। ਇੱਕ ਲਾਸਟ ਵਿੱਚ ਮੇਰੀ ਬੈਂਸ ਸਾਹਿਬ ਤੇ ਰਵੀ ਸਿੰਘ ਜੀ ਇਹ ਵੀ ਬੇਨਤੀ ਕਿ ਆਪਾਂ ਆਪਣੀ ਲੀਡਰਸ਼ਿਪ ਨੂੰ, ਕਿਸਾਨ ਨੂੰ ਵੀ, ਸਾਰਿਆਂ ਨੂੰ ਬੇਨਤੀ ਕਰੀਏ ਕਿ ਤੁਸੀਂ ਵਾਈ ਡੋਂਟ ਯੂ ਸੀਕ ਏ proper commission of inquiry into the all incidents of 26 January, whether it is the Navreet killing by the police, whether it is unfurling of some flags, controversial flags, let's say at the Red Fort area. ਰੈੱਡ ਫੋਰਟ ਵਿੱਚ ਕੀ ਵਾਪਰਿਆ, ਕਿਉਂਕਿ ਗਾਜ਼ੀਪੁਰ ਵਾਲੀ ਸਾਈਡ ਤੋਂ ਨਵਰੀਤ ਦੇ ਜਦੋਂ ਮੈਂ ਅਫਸੋਸ ਕਰਨ ਗਿਆ ਰੁਦਰਪੁਰ, ਉਹਨਾਂ ਨੇ ਕਿਹਾ ਕਿ ਜਿਹੜਾ ਓਰੀਜਨਲ ਰੂਟ ਸੀਗਾ ਪੁਲਿਸ ਨੇ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਦਿੱਤਾ, ਉਹ ਤਾਂ ਉਹਨਾਂ ਨੇ ਆਪ ਹੀ ਬਲੌਕ ਕਰਤਾ। ਸਾਡੇ ਟਰੈਕਟਰਾਂ ਨੂੰ ਆਪ ਪੁਸ਼ ਕੀਤਾ ਟੂਵਰਡਸ ITO ਕ੍ਰਾਸਿੰਗ ਰੈੱਡ ਫੋਰਟ। ਤੋਂ ਉਹਦੀ ਜਾਂਚ ਵੀ ਹੋਵੇ। ਔਰ ਜਿਹੜਾ ਕੁੰਡਲੀ ਤੇ ਸਿੰਘੂ ਬਾਰਡਰ ਤੇ 2-3 ਦਿਨ ਬਾਅਦ ਸਪਾਂਸਰਡ ਬਦਮਾਸ਼ਾਂ ਨੇ ਰੋੜੇ ਮਾਰੇ, ਪਥਰਾਓ ਕੀਤਾ, ਉਹਨਾਂ ਨੂੰ ਇਹ ਕੋਸ਼ਿਸ਼ ਕੀਤੀ ਕਿ ਇਹਨੂੰ ਅਸੀਂ ਹਿੰਦੂ ਬਨਾਮ ਸਿੱਖ ਦੰਗੇ ਤੇ ਲੜਾਈ ਕਰਾਈਏ। ਇਹ ਸਾਰੀ ਦੀ ਇੱਕ ਗਵਰਨਮੈਂਟ, ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਮੰਗ ਕਰਨੀ ਚਾਹੀਦੀ ਕਿ ਇਹਦੀ ਪੂਰੀ ਡਿਟੇਲਡ ਕੰਪਰੀਹੈਂਸਿਵ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਵੱਲੋਂ ਹੋਣੀ ਚਾਹੀਦੀ। ਇਹ ਮੰਗ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਕਰਨੀ ਚਾਹੀਦੀ ਹੈ ਔਰ ਕਿਸਾਨ ਜਥੇਬੰਦੀਆਂ ਦੇ ਲੀਡਰਸ ਨੂੰ ਵੀ ਕਰਨੀ ਚਾਹੀਦੀ ਹੈ। ਔਰ ਇਹੀ ਮੈਂ ਸਮਝਦਾ ਕਿ ਆਪਾਂ ਸਭ ਨੂੰ ਮਿਲ ਕੇ ਇੱਕ ਵਾਰ ਸਭ ਨੂੰ ਡਿਫੈਂਡ ਜ਼ਰੂਰ ਕਰਨਾ ਚਾਹੀਦਾ। ਇਹੀ ਅੱਜ ਦਾ ਸਾਡਾ ਜ਼ਿਆਦਾ ਮਕਸਦ ਸੀਗਾ। ਅਗਰ ਕੋਈ ਹੋਰ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਪਲੀਜ਼ ਗੋ ਅਹੈਡ ਜੀ। ਇੱਕ ਮੇਰਾ ਛੋਟਾ ਜਿਹਾ ਸੁਜੈਸ਼ਨ ਹੈ ਕਿ ਆਫੀਸ਼ੀਅਲੀ ਤਾਂ ਚਲੋ ਕਮਿਸ਼ਨ ਦੀ ਗੱਲ ਮੰਨੋ, ਬਟ ਆਪਾਂ ਛੋਟੇ ਛੋਟੇ ਜਿੱਥੇ ਇੱਥੇ ਆਪਣੇ ਮੋਰਚਾ ਬਣਿਆ ਹੋਇਆ ਹੈ ਜਾਂ ਸਟੇਜ ਲੱਗੇ ਉੱਥੇ ਕਿਸੇ ਰਿਟਾਇਰਡ ਜੱਜ ਦੀ ਡਿਊਟੀ ਲਾ ਕੇ ਆਪਣਾ ਕਮਿਸ਼ਨ ਆਫ ਇਨਕੁਆਇਰੀ ਰਿਕਾਰਡਿੰਗ ਐਵੀਡੈਂਸ ਸ਼ੁਰੂ ਕਰ ਦਈਏ। ਐਬਸੋਲੂਟਲੀ। ਉੱਥੇ ਫਿਰ ਗਵਾਹ ਆਉਣ ਲੱਗ ਪੈਣਗੇ, ਉਹਨਾਂ ਦੀ ਸਟੇਟਮੈਂਟ ਲਗਾ ਕੇ ਪ੍ਰੋਪਰ ਡਾਕੂਮੈਂਟੇਸ਼ਨ ਸ਼ੁਰੂ ਕਰ ਦਈਏ। ਬਾਅਦ ਵਿੱਚ ਅਸੀਂ ਉਹਨਾਂ ਨੂੰ ਯੂਜ਼ ਕਰਾਂਗੇ ਫॉर ਕੋਰਟ ਪ੍ਰੋਸੀਡਿੰਗ। ਇਹ ਜੇ ਆਪਾਂ ਹੁਣ ਉੱਥੇ ਆਲਰੇਡੀ ਆਪਾਂ ਬਹੁਤ ਕੁਝ ਕਰ ਰਹੇ ਹਾਂ ਉੱਥੇ ਬੈਠੇ ਸਿਰਫ ਆਪਾਂ ਨੂੰ ਕੋਈ ਜਿਹੜਾ ਬੜੀ ਇਮਾਨਦਾਰ ਜਿਹਦੀ ਬੜੀ ਰੈਪੂਟੇਸ਼ਨ ਹੋ ਉਹੋ ਜਿਹੇ ਜੱਜ ਨੂੰ ਰਿਕੁਐਸਟ ਕਰਕੇ 2-4 ਲਾਅ ਨੂੰ ਕਰਕੇ ਉੱਥੇ ਛੋਟੇ ਛੋਟੇ ਮਿੰਨੀ ਕਮਿਸ਼ਨ ਆਫ ਰਿਕਾਰਡਿੰਗ ਐਵੀਡੈਂਸ ਕਰ ਲਈਏ ਤਾਂ ਕਿ ਉੱਥੇ ਐਵੀਡੈਂਸ ਪ੍ਰੀਜ਼ਰਵ ਹੋ ਜਾਏ। ਇਹ ਹੁਣ ਇਸ ਵੇਲੇ ਆਰਾਮ ਨਾਲ ਹੋ ਸਕਦਾ ਕਿਉਂਕਿ ਮੋਰਚਾ ਲੱਗਾ ਹੋਇਆ, ਲੋਕੀ ਉੱਥੇ ਅਵੇਲੇਬਲ ਆ, ਵਿਟਨੈਸਿਸ ਇਮੀਡੀਏਟਲੀ ਆਉਣਗੇ, ਇੱਕ ਨਵੀਂ ਪ੍ਰੋਸੀਡਿੰਗ ਵੀ ਚੱਲ ਜਾਏਗੀ, ਉਹਦੀ ਕ੍ਰੈਡੀਬਿਲਿਟੀ ਵੀ ਹੋਏਗੀ ਡਿਪੈਂਡਿੰਗ ਔਨ ਜੇ ਉਹ ਬੰਦੇ ਅਸੀਂ ਚੂਜ਼ ਕਰਾਂਗੇ। ਤੇ ਉਹ ਕੰਮ ਬਹੁਤ ਇੰਪੋਰਟੈਂਟ ਹੈ ਫॉर ਲੌਂਗ ਟਰਮ ਇਨੀਸ਼ੀਏਟਿਵ ਲਈ, ਲੌਂਗ ਟਰਮ ਪ੍ਰੋਸੀਕਿਊਸ਼ਨ ਲਈ ਵੀ, ਲੌਂਗ ਟਾਈਮ ਪਨਿਸ਼ਮੈਂਟ ਲਈ ਐਂਡ ਲੌਂਗ ਟਾਈਮ ਡਿਫੈਂਸ ਲਈ ਵੀ। ਪੀਪਲਸ ਕਮਿਸ਼ਨ ਯੂ ਆਰ ਸੁਜੈਸਟਿੰਗ ਪੀਪਲਸ ਕਮਿਸ਼ਨ ਨਹੀਂ ਕਹਾਂਗੇ ਆਪਾਂ, ਤਾਂ ਸਿਰਫ ਐਵੀਡੈਂਸ ਇਕੱਠਾ ਕਰ ਰਹੇ ਹਾਂ, ਬਟ ਐਵੀਡੈਂਸ ਜਿਹੜਾ ਰਿਕਾਰਡ ਕਰਦਾ ਉਹਦੀ ਇੰਟੈਗ੍ਰਿਟੀ, ਉਹਦੀ ਰੈਪੂਟੇਸ਼ਨ ਬਹੁਤ ਜ਼ਰੂਰੀ ਹੁੰਦੀ ਹੈਗੀ ਹੈ। ਸੋ ਉਸ ਲੈਵਲ ਦੇ ਆਪਾਂ ਉਸ ਬਿਲਕੁਲ ਉਹੋ ਜਿਹੇ ਪੀਪਲਸ ਕਮਿਸ਼ਨ ਕਹਿ ਲਓ, ਪੀਪਲਸ ਟ੍ਰਾਈਬਿਊਨਲ ਕਹਿ ਲਓ, ਆਪਣੀ ਪ੍ਰਾਈਵੇਟ ਕਮੇਟੀ ਕਹਿ ਲਓ, ਜੋ ਮਰਜ਼ੀ ਆਪਾਂ ਨਾਮ ਦਈਏ, ਬਟ ਜਿਹੜੇ ਬੰਦੇ ਉਹਦੇ ਵਿੱਚ ਕਨਸਟੀਟਿਊਟ ਕਰਕੇ ਉਹਨਾਂ ਨੂੰ ਇਨਵਾਈਟ ਕਰਕੇ ਇਹ ਚੀਜ਼ ਕਰ ਲਈਏ। ਈਜ਼ੀ ਹੁਣ ਬੜੀ ਈਜ਼ੀ ਹੈ, ਬਾਅਦ ਬਹੁਤ ਔਖਾ ਹੋ ਜਾਏਗਾ। ਤੇ ਔਰ ਉਹਨਾਂ ਦੇ ਰਿਕਾਰਡਿੰਗ ਵਾਲਾ ਉਹ ਜਿਹੜੀ ਉਹ ਬਹੁਤ ਨੈਸੈਸਰੀ ਐਕਸਰਸਾਈਜ਼ ਹੈ ਇਸ ਸਟੇਜ ਤੇ। ਸਰਕਾਰ ਤਾਂ ਜਦੋਂ ਬਣਾਏਗੀ ਨਹੀਂ ਬਣਾਏਗੀ, ਉਹ ਬਣਾਏਗੀ ਵੀ ਤਾਂ ਕਈ ਸਾਲ ਲਗਾ ਦੇਗੀ, ਉਹ ਫਿਰ ਸਾਨੂੰ ਲੋਕੀ ਉਹ ਫਿਰ ਐਵੀਡੈਂਸ ਉੱਥੇ ਗੁੰਮ ਹੋ ਜਾਂਦਾ, ਚਲੇ ਜਾਂਦਾ, ਉਹ ਮਿਲਦਾ ਨਹੀਂ ਬਾਅਦ ਵਿੱਚ, ਇੰਨੀ ਡਿਲੇ ਕਰ ਦਿੰਦੀ ਸਰਕਾਰ। ਬਸ ਇਹ ਪੁਆਇੰਟ ਨਾਲ ਮੈਂ ਬਿਲਕੁਲ ਸਹਿਮਤ ਹਾਂ। 84 ਮਗਰੋਂ ਸਾਡੀ ਇਹੀ ਪ੍ਰੋਬਲਮ ਰਹਿ ਗਈ ਸੀਗੀ, ਅਸੀਂ ਇਸ ਰਿਕਾਰਡਿੰਗ ਡੇਟਾ ਰਿਕਾਰਡਿੰਗ ਬਹੁਤ ਲਿਮਿਟਿਡ ਸੀਗਾ। ਹੁਣ ਵੀ ਜਾਇਦਾ ਤੇ ਲੋਕਾਂ ਨੂੰ ਪਤਾ ਸੀਗਾ। ਹੁਣ ਜਿਹੜਾ ਭਾਈ ਸਾਹਿਬ ਕਹਿ ਰਹੇ ਆ ਅਸੀਂ ਬਿਲਕੁਲ ਫੁੱਲੀ ਸਪੋਰਟ ਕਰਦੇ। ਮੈਂ ਮਗਰੋਂ ਵੀ ਤੁਹਾਡੇ ਨਾਲ ਗੱਲ ਕਰੂੰਗਾ ਇਹਦੇ ਬਾਰੇ। ਇਹ ਬਹੁਤ ਜ਼ਰੂਰੀ ਆ ਭਾਈ, ਜਿਹੜੀ ਗੱਲ ਅਸੀਂ ਲੈਸਨਸ ਕੀ ਸਿੱਖੇ ਆ ਸਾਡੇ ਜਿਹੜੇ ਭਾਈ। ਅਨਫੋਰਚੁਨੇਟਲੀ ਮੈਂ ਤੁਹਾਨੂੰ ਸਿੱਧੀ ਗੱਲ ਕਹਿਣਾ, ਕਈ ਸਾਡੀ ਲੀਡਰਸ਼ਿਪ ਆ ਮੁਜ਼ਾਹਰੇ ਕਰੀ ਜਾਓ, ਨਾਰੇ ਲਾਈ ਜਾਓ, ਜਾ ਕੇ ਰੋਸ ਰੋਜ਼ ਕਰੋ, ਪਰ ਜਿਹੜੀ ਐਕਚੁਅਲ ਚੀਜ਼ ਆ ਜਿਹੜੀ ਦੁਨੀਆ ਤੋਂ ਸਿੱਖਣੀ, ਇਨਵੈਸਟੀਗੇਸ਼ਨ, ਘੜੀ ਮੈਸੇਕਰ ਹੋਏ ਆ, ਜੈਨੋਸਾਈਡ, ਉਹਦੀ ਰਿਪੋਰਟਿੰਗ ਕਿੱਦਾਂ ਰਿਕਾਰਡ ਕੀਤੀ ਗਈ ਆ, ਦਿਸ ਇਜ਼ ਦਾ ਕੀ ਪੁਆਇੰਟ। ਇਹ ਬਹੁਤ ਇੰਪੋਰਟੈਂਟ ਪੁਆਇੰਟ ਆ। ਜਿੱਥੇ ਵੀ ਪਿੰਡਾਂ ਦੇ ਵਿੱਚ ਉੱਥੇ ਲੱਖਾਂ ਤੋਂ ਲੱਖ ਗਏ ਸੀਗੇ, ਮੇਈ ਵੀ ਜਿਹੜੀ ਟੀਮ ਉੱਥੇ ਬੈਠੂਗੀ ਦੇਖੋ ਉਹ ਪਿੰਡਾਂ 'ਚ ਜਾਊਗੀ, ਬਈ ਤੁਸੀਂ ਗਏ ਸੀਗੇ, ਦੱਸੋ ਪਿਛਲੇ ਕੀ ਹੋਇਆ 2 ਹਫ਼ਤੇ ਪਹਿਲਾਂ। ਹੁਣ ਸੌਖਾ ਹੋਊਗਾ, 2 ਸਾਲ ਬਾਅਦ ਮਗਰੋਂ ਨਹੀਂ ਸੌਖਾ ਹੋਣਾ, ਹੁਣ ਸੌਖਾ ਹੋਊਗਾ। ਬਿਲਕੁਲ ਸਪੋਰਟ ਕਰਾਂਗੇ ਇਹਨੂੰ, ਇਨਵੈਸਟੀਗੇਸ਼ਨ ਨੂੰ, ਡੇਟਾ ਰਿਕਾਰਡਿੰਗ ਨੂੰ। ਫੁੱਲੀ ਐਗਰੀ ਵਿਦ ਦਿਸ ਪੁਆਇੰਟ। ਸੋ ਅਗਰ ਤੁਸੀਂ ਸਾਰੇ ਆਪਾਂ ਸਾਰੇ ਤਕਰੀਬਨ ਇੱਕ ਮਤ ਆਵਾਜ਼ ਆ ਰਹੀ ਕਿਸੇ ਦੀ? ਮੇਰੀ ਆਵਾਜ਼ ਆ ਰਹੀ ਤੁਹਾਨੂੰ? ਤੁਹਾਡੀ ਆਵਾਜ਼ ਆ ਰਹੀ ਹੈ, ਪਹੁੰਚ ਰਹੀ। ਮੇਰੀ ਬੇਨਤੀ ਅਗਰ ਆਪਾਂ ਸਾਰੇ ਅੱਜ ਦੇ ਡਿਸਕਸ਼ਨ ਦਾ ਨਿਚੋੜ ਇਹੀ ਆ ਕਿ
ਸਾਰੀ ਕਮਿਊਨਿਟੀ ਨੂੰ ਇਕੱਠੇ ਹੋ ਕੇ ਤੇ ਜਿਹੜੇ ਲੋਕ ਵਿਕਟਮਾਈਜ਼ ਹੋ ਰਹੇ ਨੇ, ਜਿਹੜੀ ਇੱਕ ਸਟੇਟ ਰਿਪਰੈਸ਼ਨ ਦੀ ਲਹਿਰ ਦੁਬਾਰਾ ਤੋਂ ਕੇਂਦਰ ਦੀ ਸਰਕਾਰ ਨੇ ਪੰਜਾਬ ਔਰ ਖਾਸ ਤੌਰ ਤੇ ਨੌਜਵਾਨਾਂ ਦੇ ਖਿਲਾਫ ਵਿੱਢੀ ਆ, ਇਹਨੂੰ ਆਪਾਂ ਨੂੰ ਸਭ ਨੂੰ ਇਕੱਠੇ ਹੋ ਕੇ ਥਵਾਟ ਕਰਨਾ ਚਾਹੀਦਾ, ਡਿਫੈਂਡ ਕਰਨਾ ਚਾਹੀਦਾ ਉਹਨਾਂ ਨੂੰ। ਔਰ ਲੀਗਲ ਹੈਲਪ, ਰਿਕਾਰਡਿੰਗ ਆਫ ਐਵੀਡੈਂਸ, ਜਿਸ ਤਰ੍ਹਾਂ ਬੈਂਸ ਸਾਹਿਬ ਨੇ ਕਿਹਾ, ਜੋ ਤੁਸੀਂ ਸਲਾਹ ਦਿੱਤੀਆਂ ਨੇ, ਰਵੀ ਸਿੰਘ ਜੀ ਖਾਲਸਾ ਜੀ ਨੇ ਔਰ ਗਿਆਸਪੁਰਾ ਜੀ ਨੇ ਨੋਟਿਸ ਦੀ ਗੱਲ ਕੀਤੀ ਆ, ਸਾਰਿਆਂ ਨੂੰ ਯੂਨਾਈਟਿਡਲੀ ਇਸ ਮੁੱਦੇ ਨੂੰ ਲੜਨਾ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ, ਡਿਫੈਂਸ ਤੇ ਸੈਲਫ ਕੰਡੈਮਨੇਸ਼ਨ ਮੋਡ 'ਚ ਨਹੀਂ ਆਉਣਾ ਚਾਹੀਦਾ। ਔਰ ਯਾਦ ਰਹੇ ਕਿ ਇਹੀ ਨੌਜਵਾਨ ਨੇ ਜਿਹੜੇ ਅੱਜ ਅਗਰ ਦਿੱਲੀ ਦੇ ਬਾਰਡਰ ਦੇ ਉੱਤੇ ਧਰਨਾ ਲੱਗਿਆ ਤੇ ਇਹੀ ਨੌਜਵਾਨ ਹੀ ਉੱਥੇ ਧਰਨੇ ਨੂੰ ਲੈ ਕੇ ਗਏ ਨੇ। ਸੋ ਉਮੀਦ ਕਰਦੇ ਆ ਕਿ ਕਿਸਾਨ ਅੰਦੋਲਨ ਦੀ ਜਿਹੜੀ ਲੀਡਰਸ਼ਿਪ ਆ ਉਹ ਸਾਡੀਆਂ ਅੱਜ ਦੇ ਇਸ ਚਰਚਾਵਾਂ ਦੇ ਉੱਤੇ ਗੌਰ ਕਰਕੇ ਤੇ ਜ਼ਰੂਰ ਪੋਜ਼ਿਟਿਵਲੀ ਸਟੈਪ ਫਾਰਵਰਡ ਕਰਕੇ ਐਗਰੈਸਿਵਲੀ ਜੋ ਕੁਝ 26 ਨੂੰ ਵਾਪਰਿਆ ਉਹ ਉਹਨਾਂ ਦਾ ਕਸੂਰ ਸੀ, ਨਾ ਕਿ ਸਾਡਾ ਕਸੂਰ ਸੀਗਾ, ਉਹਦਾ ਹਿਸਾਬ ਮੰਗਣ ਦੀ ਆਪਾਂ ਪ੍ਰਕਿਰਿਆ ਸ਼ੁਰੂ ਕਰੀਏ ਤੇ ਜੋ ਵੀ ਐਵੀਡੈਂਸ, ਜੋ ਮਿਸਿੰਗ ਪਰਸਨਸ ਨੇ, ਉਹ ਸਾਰੀ ਗੱਲ ਨੂੰ ਔਨ ਰਿਕਾਰਡ ਲਿਆਉਣ ਦੀ ਕੋਸ਼ਿਸ਼ ਕਰੀਏ। ਤੁਹਾਡਾ ਸਾਰਿਆਂ ਦਾ ਮੈਂ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਆਏ, ਆਪਣਾ ਟਾਈਮ ਕੱਢਿਆ ਵਾ। ਇਹਨੂੰ ਆਪਾਂ ਫੋਲੋ ਅਪ ਬਿਯੋਂਡ ਆਫਟਰ ਦਿਸ ਇੰਟਰਵਿਊ ਆਪਾਂ ਆਪਸ ਵਿੱਚ ਡਿਸਕਸ਼ਨ ਕਰਕੇ ਇਹਨੂੰ ਆਪਾਂ ਅੱਗੇ ਲਿਜਾਣ ਦੀ ਹੋਰ ਵੀ ਕੋਸ਼ਿਸ਼ ਕਰਾਂਗੇ। ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਜੁੜਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ। ਥੈਂਕ ਯੂ।